ਸਟਾਰਟਿੰਗ ਮੰਨੋ ਵੀ ਜਿਵੇਂ ਸੰਜੇ ਦੱਤ ਵਗੈਰਾ ਦਾ ਕਾਫੀ ਕਰੇਜ਼ ਸੀਗਾ ਉਸ ਟਾਈਮ, ਤੇ ਉਹ ਸਮੋਕਿੰਗ ਤੋਂ ਸਟਾਰਟ ਹੋਈ ਜੀ, ਸਿਗਰਟ ਪੀਣ ਤੋਂ। ਤੁਹਾਡੇ ਕਹਿਣ ਦਾ ਮਤਲਬ ਹੈ ਵੀ ਫਿਲਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਸਿਗਰਟ ਪੀਂਦਿਆਂ ਵੇਖਿਆ ਤੇ ਉਹਦਾ ਪ੍ਰਭਾਵ ਤੁਹਾਡੇ ਉੱਪਰ ਪਿਆ। ਜੇਕਰ ਇਹ ਬੰਦਾ ਫਿਲਮਾਂ ਦੇ ਵਿੱਚ ਸੰਜੇ ਦੱਤ ਨੂੰ ਸਿਗਰਟ ਪੀਂਦੇ ਵੇਖ ਕੇ, ਦਾਰੂ ਪੀਂਦੇ ਵੇਖ ਕੇ ਗਲਤ ਰਾਹ ਦੇ ਉੱਤੇ ਤੁਰ ਪਿਆ, ਲੱਖਾਂ ਦੀ ਗਿਣਤੀ ਦੇ ਵਿੱਚ ਹੋਰ ਨੌਜਵਾਨ ਵੀ ਹੋਣਗੇ। ਬਿਲਕੁਲ ਸਮਝੋ ਵੀ 10-20 ਹਜ਼ਾਰ ਦੀ ਸਮੈਕ ਤਾਂ ਮੈਂ ਇੱਥੇ ਹੀ ਬੰਨ ਲੈਂਦਾ ਸੀਗਾ, ਇਹਦਾ ਮੈਂ ਇਸਤੇਮਾਲ ਕਰਦਾ ਸੀਗਾ। ਬਾਈ ਜੀ ਦਾ ਜਿਹੜਾ ਇਹ ਹੱਥ ਆ, ਮਾੜਾ ਦਿਖਾਇਓ ਦੁਬਾਰਾ। ਹਾਂਜੀ, ਇਹ ਇੱਕ ਉਦਾਹਰਨ ਆ ਵੀ ਨਸ਼ੇ ਦੇ ਕਰਕੇ ਤੁਹਾਡੇ ਅੰਗ ਕਿਵੇਂ ਬਰਬਾਦ ਹੁੰਦੇ ਆ। ਪਤਾ ਲੱਗਾ ਵੀ ਹੋਸਟਲ ਦੇ ਵਿੱਚ ਕਿਰਲੀ ਕੋਈ ਨਹੀਂ ਛੱਡਦੇ ਸੀਗੇ। ਹਾਂਜੀ, ਕਿਰਲੀ ਨਹੀਂ ਲੱਭਦੀ ਸੀ ਤੁਹਾਡੇ ਕਿਸੇ ਕਮਰੇ ਦੇ ਵਿੱਚ। ਛਿਪਕਲੀ ਮਾਰ ਕੇ ਭਾਜੀ ਉਹਦੇ ਵਿੱਚੋਂ ਕੱਢ ਕੇ ਨਾੜੀ, ਉਹਦੀ ਇੱਕ ਨੀਲੀ ਨਾੜੀ ਸਿਗਰਟ 'ਚ ਭਰ ਕੇ ਪੀਤੀ। ਇਹ ਵੀ ਨਹੀਂ ਪਤਾ ਵੀ ਸਾਡੇ 'ਚ ਕਿਸੇ ਦੀ ਡੈਥ ਵੀ ਹੋ ਜਾਂਦੀ, ਇਹੋ ਜਿਹਾ ਉਹ ਐਕਸਪੈਰੀਮੈਂਟ ਸੀਗਾ। ਕੋਈ ਕਹਾਣੀ ਇਹੋ ਜਿਹੀ ਘੜ ਲੈਣੀ ਵੀ ਡੈਡੀ ਨੂੰ ਅਟੈਕ ਹੋਣ ਵਾਲਾ ਹੈ। ਇੱਥੋਂ ਤੱਕ ਕਿ ਇੱਕ ਦਿਨ ਮਸ਼ਹੂਰ ਹੋ ਗਿਆ ਸੀਗਾ, ਮਲੋਟਮਾ ਥਾਣੇ ਵਾਲੇ SHO ਤੋਂ ਹੀ ਪੈਸੇ ਲੈ ਆਇਆ ਸੀਗਾ ਜੀ। ਪਰ ਤੁਸੀਂ ਇਹ ਕਿਹਾ ਕਿ ਹੋਸਟਲ ਦੇ ਵਿੱਚ ਵੀ ਤੁਸੀਂ ਨਸ਼ਾ ਕਰਦੇ ਹੁੰਦੇ ਸੀ, ਨਸ਼ੇ ਦਾ ਸਮਾਨ ਹੋਸਟਲ ਦੇ ਵਿੱਚ ਕਿਵੇਂ ਪਹੁੰਚਦਾ ਸੀ? ਰੋਟੀ ਸ਼ਾਇਦ ਮਿਲਣੀ ਔਖੀ ਸੀਗੀ, ਇਹੀ ਚੀਜ਼ ਮਿਲਣੀ ਸੌਖੀ ਸੀਗੀ ਹਰ ਤਰ੍ਹਾਂ ਦੀ। ਹੋਰ ਇਦੋਂ ਵੱਧ ਗਿਰਾਵਟ ਕੀ ਹੋ ਸਕਦੀ ਹੈ ਵੀ ਜਦੋਂ ਇੱਕ ਨਸ਼ੇੜੀ ਕਿਤੇ ਘਰ ਦੇ ਵਿੱਚ, ਆਪਣੇ ਘਰ ਦੇ ਵਿੱਚ ਵੀ ਉਹਦੀ ਮਾਂ ਭੈਣ ਜਾਂ ਕੋਈ ਹੋਰ ਕੋਈ ਦਾਦੀ ਪੜਦਾਦੀ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰੇ ਉਹਦੇ ਹੁੰਦੇ ਹੋਏ। ਉਹ ਡਰਦੇ ਸੀ, ਗਵਾਂਢੀਆਂ ਦੇ ਜਾ ਕੇ ਪੈਂਦੇ ਸੀਗੇ ਜੀ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਜੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ, ਜ਼ਿੰਦਾਬਾਦ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ। ਟਾਣਾ ਸਾਹਿਬ ਅਕਸਰ ਇਹ ਕਹਿੰਦੇ ਹੁੰਦੇ ਆ ਕਿ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇ, ਰਾਹ ਦਸੇਰੇ ਬਣਦੇ ਆ ਜੀ। ਤੇ ਅੱਜ ਦੀ ਇਹ ਖਾਸ ਕਿਸ਼ਤ ਵੀ ਇੱਕ ਇਹੋ ਜਿਹੇ ਇਨਸਾਨ ਦੇ ਨਾਲ ਹੀ ਅਸੀਂ ਲੈ ਕੇ ਆਏ। ਦੇਖੋ, ਆਮ ਤੌਰ ਦੇ ਉੱਤੇ ਅਸੀਂ ਹਫ਼ਤਾਵਾਰੀ ਪ੍ਰੋਗਰਾਮ ਆ ਜਿਹੜਾ ਉਹ ਕਿਸੇ ਗਾਇਕ, ਗੀਤਕਾਰ, ਸੰਗੀਤਕਾਰ ਜਾਂ ਕਲਾ ਦੀ ਕਿਸੇ ਵੀ ਸਿਨਫ ਨਾਲ ਜੁੜੀ ਹੋਈ ਸ਼ਖਸੀਅਤ ਨਾਲ ਕਰਦੇ ਆ ਜੀ। ਪਰ ਜਿਹੜਾ ਨੌਜਵਾਨ ਅੱਜ ਸਾਡੇ ਸਟੂਡੀਓ ਦੇ ਵਿੱਚ ਬਰਾਬਰ ਸੋਫੇ ਤੇ ਬੈਠਾ, ਉਹ ਨਾ ਗਾਇਕ ਆ, ਨਾ ਗੀਤਕਾਰ ਆ, ਨਾ ਸੰਗੀਤਕਾਰ ਆ, ਨਾ ਕੋਈ ਹੋਰ ਕਲਾਕਾਰ ਆ ਜੀ। ਪਰ ਉਹ ਨੌਜਵਾਨ ਇੱਕ ਰਾਹ ਦਸੇਰਾ ਜ਼ਰੂਰ ਆ, ਤੇ ਇਸੇ ਕਰਕੇ ਉਸ ਨੌਜਵਾਨ ਨੂੰ ਬਰਾਬਰ ਬਿਠਾਇਆ ਕਿਉਂਕਿ ਅੱਜ ਪੰਜਾਬ ਨਸ਼ਿਆਂ ਦੇ ਵਿੱਚ ਲਿਬੜੀ ਜਾ ਰਿਹਾ। ਦੁੱਧ ਦਹੀਂ ਦੀਆਂ ਨਦੀਆਂ ਵਾਲੇ ਪੰਜਾਬ ਦੇ ਵਿੱਚ ਨਸ਼ਿਆਂ ਦੀਆਂ ਨਦੀਆਂ ਕਿਵੇਂ ਵਗਦੀਆਂ, ਸਰਕਾਰਾਂ ਦੇ ਕਰਕੇ, ਰਾਜਨੀਤਿਕ ਲੋਕਾਂ ਦੇ ਕਰਕੇ, ਤਸਕਰਾਂ ਦੇ ਕਰਕੇ ਬਹੁਤ ਕੁਝ ਉੱਤੋਂ ਲੈ ਕੇ ਹੇਠਾਂ ਤੱਕ ਵਿਗੜਿਆ ਹੋਇਆ। ਕਿਸੇ ਇੱਕ ਦੇ ਉੱਤੇ ਜ਼ਿੰਮੇਵਾਰੀ ਇਕੱਲੇ ਤੇ ਪਾਈ ਨਹੀਂ ਜਾ ਸਕਦੀ। ਅੱਜ ਦੀ ਤਰੀਕ 'ਚ ਜਦੋਂ ਖਬਰਾਂ ਆਉਂਦੀਆਂ ਵੀ ਮੁੰਡੇ ਨੂੰ ਮਰੇ ਪਏ ਨੂੰ ਚੱਕਿਆ ਤੇ ਉਹਦੀ ਬਾਂਹ ਦੇ ਵਿੱਚ ਇੱਥੇ ਸਿਰਿੰਜ ਲੱਗੀ ਸੀ, ਬਾਅਦ ਦੇ ਵਿੱਚ ਲੋਕਾਂ ਨੇ ਚੱਕ ਕੇ ਪੱਟੀ ਉਹ, ਤੇ ਉਦੋਂ ਪਤਾ ਲੱਗਦਾ ਵੀ ਪੰਜਾਬ ਦਾ ਭਵਿੱਖ ਕੀ ਹੋਊਗਾ। ਪਰ ਬੇਨਤੀ ਮੇਰੀ ਇਹ ਹੈ ਵੀ ਸਰਕਾਰਾਂ ਤਾਂ ਕੁਛ ਨਹੀਂ ਕਰਦੀਆਂ, ਸਾਨੂੰ ਦਿਸ ਰਿਹਾ। ਨੌਜਵਾਨ ਪੀੜ੍ਹੀ ਆਪ ਵੀ ਇਰਾਦੇ ਦੀ ਮਜ਼ਬੂਤ ਹੋਵੇ ਕਿਉਂਕਿ ਟੱਬਰ ਸਾਡੇ ਬਰਬਾਦ ਹੋ ਰਹੇ ਆ, ਜਵਾਨੀ ਸਾਡੀ ਬਰਬਾਦ ਹੋ ਰਹੀ ਆ, ਕੱਲੇ ਉਲਾਂਭੇ ਦੇ ਵਿੱਚੋਂ ਵੀ ਕੁਝ ਨਹੀਂ ਨਿਕਲਣਾ। ਬਿਲਕੁਲ ਸਹੀ ਗੱਲ। ਸੋ ਸਾਡੇ ਨਾਲ ਨੇ ਹਰਮਨ ਜੀ ਅੱਜ ਭਰਪੂਰ ਸਿੰਘ ਜੀ, ਕਾਠਮੱਠੀ ਪਿੰਡ ਤੋਂ ਆ, ਪਟਿਆਲਾ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਆ। ਸਿਰੇ ਦੇ ਨਸ਼ੇ ਕੀਤੇ ਆ ਤੇ ਹੁਣ ਸਿਰੇ ਦੇ ਸ਼ਰੀਫ, ਬਿਲਕੁਲ ਸਾਊ, ਕੋਈ ਨਸ਼ਾ ਨਹੀਂ ਕਰਦੇ ਤੇ ਬਹੁਤ ਭਾਵੁਕ ਕਰਨ ਵਾਲੀਆਂ ਇਹਨਾਂ ਦੀਆਂ ਗੱਲਾਂ ਜੀ। ਤੇ ਪਹਿਲਾਂ ਤੁਸੀਂ ਸਵਾਗਤ ਕਰੋ। ਬਿਲਕੁਲ, ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੁਹਾਡਾ। ਬਾਈ ਜੀ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਹਾਂਜੀ, ਚੜ੍ਹਦੀ ਕਲਾ ਦੇ ਵਿੱਚੋਂ। ਬਿਲਕੁਲ ਜੀ। ਦੇਖੋ, ਜਿਹੜੀ ਤੁਹਾਡੀ ਪਛਾਣ ਆ ਨਾ, ਉਹ ਇਸ ਕਰਕੇ ਆ ਹਰਮਨ ਜੀ ਗੱਲ ਕਰਦੇ ਸੀ ਵੀ ਕਹਿੰਦੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਐਕਸ ਡਰੱਗ ਐਡਿਕਟਡ ਲਿਖਿਆ ਹੋਇਆ ਵੀ ਸਾਬਕਾ ਨਸ਼ਾ ਕਰਨ ਵਾਲਾ ਵਿਅਕਤੀ ਆ, ਤੇ ਇਹ ਇੱਕ ਬਹੁਤ ਚੰਗੀ ਗੱਲ ਆ। ਪਹਿਲੀ ਗੱਲ ਤਾਂ ਨਸ਼ੇ ਕਰੋ ਹੀ ਨਾ, ਇਹਦੇ ਵਰਗੀ ਕੋਈ ਚੰਗੀ ਗੱਲ ਹੋਣੀ ਨਹੀਂ। ਪਰ ਜੇਕਰ ਕੋਈ ਇਸ ਲੱਤ ਦੇ ਵਿੱਚ ਲੱਗਿਆ ਹੋਇਆ ਤਾਂ ਅੱਜ ਵਾਲੀ ਮੁਲਾਕਾਤ ਦੇਖ ਕੇ ਆਪਦਾ ਮਨ ਜ਼ਰੂਰ ਪੱਕਾ ਕਰੇ ਵੀ ਇਉਂ ਵੀ ਹੁੰਦਾ। ਬਿਲਕੁਲ ਸਹੀ। ਕੁਝ ਕੂ ਚੋਣਵੇਂ ਲੋਕ ਇਉਂ ਵੀ ਕਰਦੇ ਆ। ਸੋ ਆਪਾਂ ਸ਼ੁਰੂਆਤ ਤੋਂ ਹੀ ਸ਼ੁਰੂ ਕਰ ਲੈਂਦੇ ਆ ਟਾਣਾ ਸਾਹਿਬ ਕਿ ਨਸ਼ੇ ਦੀ ਗ੍ਰਿਫਤ ਦੇ ਵਿੱਚ ਆਖਰਕਾਰ ਕਿਵੇਂ ਫਸ ਗਏ ਤੁਸੀਂ? ਕਈ ਕਾਰਨ ਬਣਦੇ ਨੇ ਜੀ। ਉਹਨਾਂ ਵਿੱਚੋਂ ਜੋ ਆਪਾਂ ਟੈਲੀਵਿਜ਼ਨ ਤੇ ਜਿਸ ਟਾਈਮ ਮੈਂ ਜਦੋਂ ਸਟਾਰਟ ਹੋਇਆ, ਸਮਝੋ ਵੀ ਸਾਡਾ ਈਰਾ ਸੀਗਾ, ਅੱਜ ਜਿਵੇਂ ਮੋਬਾਈਲ ਦਾ ਯੁੱਗ ਹੈ, ਉਦੋਂ ਫਿਲਮਾਂ, ਸਿਨੇਮਾ ਤੇ ਜਿਹੜੀ ਕੁਝ ਚੀਜ਼ ਆਪਾਂ ਨੂੰ ਪਰੋਸੀ ਜਾਂਦੀ ਸੀਗੀ ਉਹਦਾ ਟੇਸਟ ਲੱਗਦਾ ਸੀਗਾ ਜੀ। ਤੇ ਸਟਾਰਟਿੰਗ ਮੰਨੋ ਵੀ ਜਿਵੇਂ ਸੰਜੇ ਦੱਤ ਵਗੈਰਾ ਦਾ ਕਾਫੀ ਕਰੇਜ਼ ਸੀਗਾ ਉਸ ਟਾਈਮ, ਤੇ ਉਹ ਸਮੋਕਿੰਗ ਤੋਂ ਸਟਾਰਟ ਹੋਈ ਜੀ, ਸਿਗਰਟ ਪੀਣ ਤੋਂ।
ਤੁਹਾਡੇ ਕਹਿਣ ਦਾ ਮਤਲਬ ਹੈ ਵੀ ਫਿਲਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਸਿਗਰਟ ਪੀਂਦਿਆਂ ਵੇਖਿਆ ਤੇ ਉਹਦਾ ਪ੍ਰਭਾਵ ਤੁਹਾਡੇ ਉੱਪਰ ਪਿਆ। ਹਾਂਜੀ ਆਪ ਵੀ ਉਹੋ ਜਿਹੇ ਹੀਰੋ ਬਣਨਾ ਚਾਹੁੰਦੇ ਸੀ। ਬਿਲਕੁਲ ਜੀ। ਜੀ ਤੇ ਤੁਸੀਂ ਮੰਨੋ ਵੀ ਬਹੁਤ ਅਸਰ ਪੈਂਦਾ ਇਸ ਚੀਜ਼ ਦਾ, ਵੀ ਜਦੋਂ ਸਾਹਮਣੇ ਕੁਝ ਦੇਖਦਾ ਉਹ ਮਨ ਇੰਨਾ ਕੁ ਕੋਮਲ ਹੁੰਦਾ ਵੀ ਭਾਵਨਾਵਾਂ ਦੇ ਵਿੱਚ ਬਹਿੰਦਾ ਹੈ। 15 ਸਾਲ ਦਾ 16 ਸਾਲ ਦਾ ਕੋਈ ਵੀ ਬੱਚਾ ਜਾਂ ਮੈਂ ਸੀਗਾ ਉਸ ਟਾਈਮ, ਤੇ ਮੈਨੂੰ ਵੀ ਲੱਗਿਆ ਵੀ ਆ ਪਤਾ ਨਹੀਂ ਕੀ ਹੈ ਇਹਦੇ ਵਿੱਚ ਵੀ ਐਂ ਕਰਕੇ ਸ਼ਾਇਦ ਐਂ ਹੀਰੋ ਬਣਿਆ ਜਾਂਦਾ। ਕਿਉਂਕਿ ਕੋਈ ਵੀ ਇੱਕਦਮ ਤੁਸੀਂ ਕਿਸੇ ਵੀ ਨਸ਼ੇੜੀ ਦਾ ਪੁਆਇੰਟ ਚੱਕ ਲਓ ਜੀ, ਵੀ ਕੋਈ ਵੀ ਇੱਕਦਮ ਤੁਹਾਨੂੰ ਐਂ ਨਹੀਂ ਕਹੂਗਾ ਜੀ ਮੈਂ ਫਲਾਣੀ ਚੀਜ਼ ਤੋਂ ਸ਼ੁਰੂ ਕਰਤਾ, ਇੱਥੋਂ ਸ਼ੁਰੂ ਕਰਤਾ। ਚੱਲੂਗਾ ਜੀ ਬਿਲਕੁਲ ਕਿਸੇ ਛੋਟੇ ਪੁਆਇੰਟ ਤੋਂ ਚੱਲੂਗਾ ਜੀ, ਉਹ ਉੱਥੋਂ ਸਟਾਰਟਿੰਗ ਹੋਊਗੀ ਉਸ ਚੀਜ਼ ਦੀ। ਬਿਲਕੁਲ ਜੀ, ਉਹ ਛੋਟੀ ਚੀਜ਼ ਤੋਂ ਸਟਾਰਟ ਕਰਕੇ ਮਤਲਬ ਪੌੜੀਆਂ ਚੜ੍ਹਦਾ ਜਾਂਦਾ, ਜਿਵੇਂ ਕੋਈ ਤਰੱਕੀ ਦੀਆਂ ਪੌੜੀਆਂ ਚੜ੍ਹਦਾ, ਇੱਧਰੋਂ ਆ ਨਰਕ ਦੀਆਂ ਪੌੜੀਆਂ ਚੜ੍ਹਦਾ ਜਾਂਦਾ। ਨਰਕ ਹੀ ਕਹਾਂਗਾ ਜੀ ਇਹਨੂੰ, ਤਾਂ ਜਾਈ ਜਾਂਦਾ ਅੱਗੇ ਅੱਗੇ। ਫਿਰ ਇੱਕ ਪੱਥਰ ਚੱਟਣੇ ਵਾਲੀ ਗੱਲ ਹੁੰਦੀ ਹੈ, ਕਈ ਪੱਥਰ ਤੇ ਜਾ ਕੇ ਬੈਠ ਜਾਂਦੇ ਨੇ ਜੀ। ਤੁਹਾਡੀ ਇਸ ਗੱਲ ਦੇ ਵਿੱਚੋਂ ਉਹਨਾਂ ਲੋਕਾਂ ਦੇ ਲਈ ਵੀ ਉੱਤਰ ਨਿਕਲਦਾ ਜਿਹੜੇ ਕਹਿੰਦੇ ਵੀ ਗੀਤਾਂ ਤੇ ਫਿਲਮਾਂ ਦਾ ਜਵਾਨੀ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਜੇਕਰ ਇਹ ਬੰਦਾ ਫਿਲਮਾਂ ਦੇ ਵਿੱਚ ਸੰਜੇ ਦੱਤ ਨੂੰ ਸਿਗਰਟ ਪੀਂਦੇ ਵੇਖ ਕੇ, ਦਾਰੂ ਪੀਂਦੇ ਵੇਖ ਕੇ ਗਲਤ ਰਾਹ ਦੇ ਉੱਤੇ ਤੁਰ ਪਿਆ, ਲੱਖਾਂ ਦੀ ਗਿਣਤੀ ਦੇ ਵਿੱਚ ਹੋਰ ਨੌਜਵਾਨ ਵੀ ਹੋਣਗੇ ਜਿਹੜੇ ਕਿ ਗੀਤਾਂ ਨੂੰ ਤੇ ਫਿਲਮਾਂ ਨੂੰ ਦੇਖ ਕੇ ਆਪਦੀ ਜ਼ਿੰਦਗੀ ਦੇ ਵਿੱਚ ਵਿਗਾੜ ਲੈ ਕੇ ਆਉਂਦੇ ਆ। ਟੈਣਾ ਸਾਹਿਬ ਹੋਰ ਤਾਂ ਬਹੁਤ ਦੂਰ ਹੈ, ਮੇਰਾ ਪਰਸਨਲ ਐਕਸਪੀਰੀਅੰਸ ਹੈ ਜੀ। 1.5 ਸਾਲ ਪਹਿਲਾਂ ਦਾ ਡੈਡੀ ਹੋਣੀ 6 ਭਾਈ ਨੇ ਜੀ, ਤੇ ਜਿਹੜੇ ਛੋਟੇ ਬੱਚੇ ਨੇ, ਛੋਟੇ ਚਾਚਿਆਂ ਦੇ ਬੱਚੇ ਨੇ, ਮੇਰੀ ਗੋਦੀ ਖਿਲੇ ਹੋਏ ਨੇ। ਮਤਲਬ ਦੋਵੇਂ ਬੱਚਿਆਂ ਦਾ ਜਿਵੇਂ 14-15 ਸਾਲ ਦਾ ਆਪਸ ਦੇ ਵਿੱਚ ਝਗੜਾ ਪੈ ਜਾਂਦਾ, ਕਦੇ ਜੱਫ ਹੋ ਜਾਂਦਾ। ਮੈਂ ਦੋਨੇ ਹਟਾਏ, ਇੱਕ ਨੂੰ ਥੋੜਾ ਜਿਹਾ ਘੱਟ ਘੂਰੇ ਗਿਆ, ਇੱਕ ਦੇ ਥੋੜੀ ਜੀ ਪੁੱਠੇ ਹੱਥ ਦੀ ਲੱਗ ਗਈ ਮੜੀ ਜੀ, ਜਿਵੇਂ ਆਪਾਂ ਹਟਾਉਣੇ ਆ ਬੜਾ ਸਮਝ ਕੇ, ਵੀ ਭਾਈ ਦਾ ਅਧਿਕਾਰ ਸਮਝ ਕੇ। ਟੈਣਾ ਸਾਹਿਬ ਇਹੋ ਜਿਹਾ ਚਾਂਸ ਬਣਿਆ ਵੀ ਅੱਜ ਤੁਹਾਡੇ ਕੋਲੇ ਸ਼ਾਇਦ ਨਾ ਬੈਠਾ ਹੁੰਦਾ, ਮੇਰੇ ਤੇ 7-8 ਜਾਣੇ ਮੁੰਡਿਆਂ ਨੇ ਟਾਕੂਏ ਕਸੀਏ ਲੈ ਕੇ ਹਮਲਾ ਕਰਤਾ ਜੀ, ਘਰੇ ਬੈਠੇ ਚਾਹ ਪੀਂਦੇ ਦੇ। ਉਹ ਜਿਹੜੀ ਦੁਕਾਨ ਦੀ ਮੈਂ ਤੁਹਾਨੂੰ ਕਰਿਆਨੇ ਦੀ ਦੁਕਾਨ ਹੈ ਘਰੇ, ਵੀ ਉੱਥੇ ਚਾਹ ਪੀ ਰਿਹਾ ਸੀਗਾ ਮੈਂ ਸ਼ਾਮ ਨੂੰ। ਖੁਦ ਸਕੇ ਪਰਿਵਾਰ ਦੇ ਭਾਈ ਨੇ ਹੱਥਾਂ 'ਚ ਖੇਲੇ ਹੋਏ, ਹਾਂ ਵੀ ਤੈਂ ਮੈਨੂੰ ਹਟਾ ਕੇ ਵੀ ਉਹਦੇ ਮਾਰੇ ਨਹੀਂ, ਮੇਰੇ ਕਿਵੇਂ ਥੱਪੜ ਮਾਰਤਾ। ਉਹ ਗੱਲ ਐਡੀ ਲੈ ਗਿਆ, ਮੈਂ ਖੁਦ ਇਹਨੂੰ ਚੀਜ਼ ਨੂੰ ਮਹਿਸੂਸ ਕੀਤਾ ਵੀ ਉਹਦੀ ਗਲਤੀ ਘੱਟ ਹੈ, ਜਿਹੜੀ ਉਹ ਚੀਜ਼ ਦੇਖ ਰਿਹਾ ਆਲੇ ਦੁਆਲੇ ਸਮਾਜ ਦੇ ਵਿੱਚ ਵਾਪਰ ਰਿਹਾ ਗਨ ਕਲਚਰ, ਵੀ ਇਕੱਠੇ ਹੋਣਾ, ਉਹ ਜਿਹੜਾ ਦਿਖਾਇਆ ਜਾਂਦਾ ਆਪਾਂ ਨੂੰ ਗੀਤਾਂ ਦੇ ਵਿੱਚ, ਗਾਣਿਆਂ ਦੇ ਵਿੱਚ, ਹਾਂ ਗੁੰਡਿਆਂ ਵਾਂਗੂ, ਵੀ ਉਹ ਭਾਵਨਾ ਦੇ ਵਿੱਚ ਬਹਿ ਕੇ ਉਹ ਮੇਰੇ ਤੱਕ। ਮੈਂ ਥਾਣੇ ਦੇ ਵਿੱਚ ਵੀ ਇਹੀ ਗੱਲ ਕਹੀ, ਮੈਂ ਕਿਹਾ ਇਹਨੂੰ ਸਮਝਾਉਣਾ ਤਾਂ ਹੈਗਾ SHO ਸਾਹਿਬ, ਪਰ ਇਹਦੇ ਵਿੱਚੋਂ ਆਹ ਚੀਜ਼ ਕੱਢਣੀ ਆਪਾਂ ਨੇ, ਵੀ ਮੈਂ ਉਹਨੂੰ ਦੂਏ ਲੋਟ ਨਹੀਂ ਸਜ਼ਾ ਦੇਣਾ ਚਾਹੁੰਦਾ ਹੈਗਾ, ਵੀ ਚੀਜ਼ ਐਂ ਕੱਢੀ ਜਾਵੇ ਜਿਹੜੀ ਉਹ ਇਹ ਤੇ ਅਸਰ ਹੋਇਆ ਬਈ ਜੇ ਸ਼ਾਇਦ ਉਹ ਨਿਕਲ ਜੇ ਫੇਰ ਮੈਂ ਕਾਮਯਾਬ ਹੋਵਾਂਗੀ, ਨਹੀਂ ਇਦਾਂ ਨਹੀਂ ਇਹਨੇ ਮੇਰੇ ਤੇ ਦੂਏ ਲੋਟ ਅਸਰ ਕਰਿਆ। ਬਹੁਤ ਵੱਡੀ ਗੱਲ ਕਹੀ ਆ ਬਾਈ ਜੀ। ਕਿੰਨੇ ਵਰੇ ਨਸ਼ਿਆਂ ਦੇ ਵਿੱਚ ਗਲਤਾਨ ਰਹੇ ਹੋ ਭਾਜੀ? ਸਟਾਰਟਿੰਗ ਦਾ ਜਿਵੇਂ 10ਵੀਂ ਤੋਂ ਮੈਂ ਦੱਸਿਆ ਵੀ ਸਿਗਰਟ ਵਗੈਰਾ ਤੋਂ ਸ਼ੁਰੂ ਕੀਤਾ ਸੀਗਾ। ਫਿਰ ਉਸ ਤੋਂ ਬਾਅਦ ਪਿੰਡ ਦੇ ਵਿੱਚੋਂ ਮੈਂ ਸੈਕਿੰਡ ਮੁੰਡਾ ਸੀਗਾ ਜੀ, ਜਿਹਨੇ ਡਿਪਲੋਮਾ ਮਤਲਬ ਕਲੀਅਰ ਕੀਤਾ, ਐਂਟਰੈਂਸ ਟੈਸਟ ਕਲੀਅਰ ਕੀਤਾ ਸੀਗਾ ਮਲੋਟ, ਤੇ ਪੂਰਾ ਸਮਝੋ ਵੀ ਜਿਹੜਾ ਜਾ ਕੇ ਬਿਲਕੁਲ ਬੈਠ ਗਿਆ ਇਸ ਮੰਡਲੀ ਦੇ ਵਿੱਚੋਂ। 97 ਤੋਂ ਸਟਾਰਟ ਹੋ ਗਿਆ ਸੀਗਾ ਭਾਜੀ। 97 ਤੋਂ ਲੈ ਕੇ ਇੱਕ ਯੂ ਟਰਨ ਮੇਰੀ ਜ਼ਿੰਦਗੀ 'ਚ 2008 ਦੇ ਵਿੱਚ ਆਇਆ, ਤੇ 8 ਦੇ ਵਿੱਚੋਂ ਜਿਵੇਂ ਗੱਡੀ ਤੇਜ਼ ਹੌਲੀ ਹੌਲੀ ਹੋ ਕੇ ਰੁਕਦੀ ਅੱਗੇ ਜਾ ਕੇ, 8 ਤੋਂ 13 ਤੱਕ ਫਿਰ ਉਹ ਬਿਲਕੁਲ ਰੁਕ ਗਈ ਜੀ। 13 ਤੋਂ ਬਾਅਦ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ। 13-14 ਸਾਲ ਤੁਸੀਂ ਨਸ਼ੇ ਕੀਤੇ ਰੱਜ ਕੇ? ਹਾਂਜੀ। ਸਮੈਕ ਬਹੁਤ ਪੀਤੀ ਤੁਸੀਂ ਜਦੋਂ ਆਪਾਂ ਚਾਹ ਪਾਣੀ ਦੀ ਸਾਂਝ ਪਾਉਂਦੇ ਸੀਗੇ। ਤੁਸੀਂ ਕਈ ਗੱਲਾਂ ਦੱਸੀਆਂ ਜਿਹਦੇ ਕਰਕੇ ਸਾਡੇ ਲੂ ਕੰਡਾ ਖੜਾ ਹੋ ਗਿਆ। ਹਰਮਨ ਜੀ ਵੀ ਇਹ ਗੱਲ ਕਰਦੇ ਸੀਗੇ ਵੀ ਇਉਂ ਵੀ ਹੁੰਦਾ। ਤੁਸੀਂ ਹੋਸਟਲ ਦੇ ਵਿੱਚ ਜਦੋਂ ਰਹਿੰਦੇ ਸੀਗੇ ਪੜ੍ਹਾਈ ਦੇ ਲਈ, ਪਤਾ ਲੱਗਾ ਵੀ ਹੋਸਟਲ ਦੇ ਵਿੱਚ ਕਿਰਲੀ ਕੋਈ ਨਹੀਂ ਛੱਡਦੇ ਸੀਗੇ। ਕਿਰਲੀ ਨਹੀਂ ਲੱਭਦੀ ਸੀ ਤੁਹਾਡੇ ਕਿਸੇ ਕਮਰੇ ਦੇ ਵਿੱਚ। ਉਹ ਕੀ ਕਰਦੇ ਸੀ? ਅਸੀਂ ਇਹ ਗੱਲ ਇਸ ਕਰਕੇ ਨਹੀਂ ਪੁੱਛ ਰਹੇ ਵੀ ਤੁਸੀਂ ਵੀ ਇਉਂ ਕਰੋ, ਇਸ ਕਰਕੇ ਪੁੱਛ ਰਹੇ ਹਾਂ ਵੀ ਬੰਦੇ ਦਾ ਗਿਰਾਵਟ ਕਿਸ ਪੱਧਰ ਤੱਕ ਆ ਜਾਂਦੀ ਹੈ, ਦਿਮਾਗ ਕਿੱਥੇ ਤੱਕ ਚਲਾ ਜਾਂਦਾ ਜੀ। ਭਾਜੀ ਕਈ ਵਾਰ ਇਦਾਂ ਹੁੰਦਾ ਸੀਗਾ ਵੀ ਟਿਕਾਣਿਆਂ ਦੇ ਉੱਤੇ ਜਾਂ ਕੋਈ ਰੇਡ ਰੂਡ ਪਈ ਹੋਣੀ, ਜਾਂ ਕੋਈ ਮਾਹੌਲ ਇਹੋ ਜਿਹਾ ਹੋ ਜਾਣਾ ਵੀ ਉਹ ਜਿਹੜਾ ਨਸ਼ਾ ਉਹ ਚੀਜ਼ ਨਹੀਂ ਮਿਲਣੀ। ਹੁਣ ਜਿਵੇਂ ਜਦ ਇੰਨਾ ਮੋਬਾਈਲ ਤਾਂ ਨਹੀਂ ਹੁੰਦਾ ਸੀਗਾ, ਪਰ ਫਿਰ ਵੀ ਗੱਲਾਂ ਬਹੁਤ ਪ੍ਰਚਲਿਤ ਹੁੰਦੀਆਂ ਸੀਗੀਆਂ ਨਸ਼ੇੜੀਆਂ ਦੀਆਂ। ਕੋਈ ਕਹਿੰਦਾ ਸੀਗਾ ਕੋਈ ਜਰਾਬਾਂ ਸੁੰਘਦਾ, ਕੋਈ ਕਹਿੰਦਾ ਸੀਗਾ ਆਇਓਡੈਕਸ ਖਾਂਦਾ, ਕੋਈ ਕਹਿੰਦਾ ਸੀਗਾ ਉਹ ਇੱਕ ਫੈਵੀਕਵਿਕ ਵਾਂਗੂ ਵੀ ਚੀਜ਼ ਹੁੰਦੀ ਹੈ, ਕੋਈ ਕੈਮੀਕਲ ਇਹੋ ਜਿਹਾ ਉਹ ਸੁੰਘਦੇ ਨੇ, ਤੇ ਇਹਦੇ ਵਿੱਚੇ ਛਿਪਕਲੀ ਵਾਲੀ ਗੱਲ ਸੀਗੀ ਭਾਜੀ। ਇਦਾਂ ਹੀ ਸਾਡੇ ਕੋਲੇ ਸਮਾਨ ਮਤਲਬ ਖਤਮ ਹੋਇਆ ਸੀਗਾ, ਤੇ ਉਹ ਖੁਰਾਫਾਤੀ ਦਿਮਾਗ ਵੀ ਹੁਣ ਕਰੀਏ ਤਾਂ ਕੀ ਕਰੀਏ, ਤਾਂ ਉਹ ਫਿਰ ਛਿਪਕਲੀ ਮਾਰ ਕੇ ਭਾਜੀ ਉਹਦੇ ਵਿੱਚੋਂ ਕੱਢ ਕੇ ਨਾੜੀ, ਉਹਦੀ ਇੱਕ ਨੀਲੀ ਨਾੜੀ ਮਤਲਬ ਸਿਗਰਟ 'ਚ ਭਰ ਕੇ ਪੀਤੀ। ਮਤਲਬ ਉਹ ਇੰਨੀ ਕਿ ਇਹ ਵੀ ਨਹੀਂ ਪਤਾ ਵੀ ਸਾਡੇ 'ਚ ਕਿਸੇ ਦੀ ਡੈਥ ਵੀ ਹੋ ਜਾਂਦੀ, ਇਹੋ ਜਿਹਾ ਉਹ ਐਕਸਪੈਰੀਮੈਂਟ ਸੀਗਾ। ਮਤਲਬ ਐਡੇ ਐਡੇ ਨਸ਼ੇੜੀ ਸੀਗੇ ਅਸੀਂ, ਸਾਨੂੰ ਵੀ ਉਹ ਉਲਟੀਆਂ ਲਗਾ ਦਿੰਦੀ ਸੀਗੀ। ਤੁਹਾਨੂੰ ਹੁਣ ਕਚਿਆਣ ਨਹੀਂ ਆਉਂਦੀ ਕਿ ਮੈਂ ਕੀ ਕਰਦਾ ਰਿਹਾ? ਭਾਜੀ ਉਹਨੂੰ ਵੀ ਮੈਂ, ਮੇਰੇ ਗੁਰੂ ਜੀ ਨੇ
ਫੀਲਡ ਦੇ ਰਜਨੀਸ਼ ਜੀ, ਮੈਂ ਉਹਨਾਂ ਤੋਂ ਪੁੱਛਿਆ ਜੀ ਮੇਰੇ ਐਕਸੀਡੈਂਟ ਨਹੀਂ ਹੋਣੋਂ ਹਟਦੇ ਫਲਾਣਾ, ਵੀ ਮੈਂ ਕਈ ਜਗ੍ਹਾ ਲੱਗਦਾ, ਮੇਰੇ ਇੱਕ ਮੇਜਰ ਤੋਂ ਬਾਅਦ ਵੀ ਭਾਜੀ ਮੇਰੇ 35-40 ਐਕਸੀਡੈਂਟ ਇਹੋ ਜਿਹੇ ਹੋਏ ਜਿਹਨੂੰ ਨੈਰੋ ਐਸਕੇਪ ਕਹਿ ਸਕਦੇ ਆਪਾਂ। ਉਹ ਕਹਿੰਦੇ ਭਰਪੂਰ ਤੈਨੂੰ ਜਾਣ ਬੁੱਝ ਕੇ ਹੁੰਦਾ, ਇੱਕ ਜਿਹੜੇ ਤੇਰੇ ਅਣਜਾਣੇ 'ਚ ਵੀ ਕਰੇ ਮੈਨੇ ਉਹ ਇੱਥੇ ਹਿਸਾਬ ਕਿਤਾਬ ਬਰਾਬਰ ਹੋਊਗਾ, ਤੂੰ ਲੱਗਿਆ ਰਹਿ ਜਿਹੜੇ ਕੰਮ ਤੈਨੂੰ ਲਾਇਆ। ਹੁਣ ਵੀ ਜਦੋਂ ਉਹ ਬੈਲੈਂਸ ਹੋਣ ਲੱਗੋ ਉਹ ਚੀਜ਼ ਨੂੰ ਮੈਂ ਮਹਿਸੂਸ ਵੀ ਕਰ ਰਿਹਾ ਭਾਜੀ ਹੁਣ। ਮਤਲਬ ਆਪਣੇ ਜਿਹੜੇ ਕਰਮ ਹੁਣ ਮੈਂ ਕਰ ਰਿਹਾ ਸ਼ਾਇਦ ਮੇਰੇ ਉਹ ਬੈਲੈਂਸ ਬਣਦਾ ਜਾ ਰਿਹਾ। ਤੁਹਾਨੂੰ ਇਹ ਕਿਰਲੀ ਵਾਲੇ ਪਾਸੇ ਵੀ ਇਹੋ ਜਿਹੀਆਂ ਗੱਲਾਂ ਵੀ ਕਰੋ, ਇਹ ਕਿਹਨੇ ਸਿਖਾਇਆ ਸੀ? ਤੁਹਾਡੇ ਨਾਲ ਦੇ ਕੋਈ ਪੜ੍ਹਨ ਵਾਲੇ ਸੀ? ਫਿਰ ਗਾਂ ਤੁਸੀਂ ਕਿੰਨੇ ਕੁ ਨੂੰ ਇਸ ਪਾਸੇ ਲਾਇਆ? ਇਹ ਉਹੀ ਗੱਲ ਦੇ ਨਾਲ ਜੁੜ ਗਿਆ ਭਾਜੀ ਸਵਾਲ, ਵੀ ਮੈਨੂੰ ਦੇਖ ਕੇ ਕਿੰਨੇ ਲੱਗੇ ਹੋਣੇ। ਜਿਹੜਾ ਮੈਂ ਕਹਿਣਾ ਵੀ ਪਾਪ ਜਾਣ ਕੇ ਤਾਂ ਨਹੀਂ ਕੀਤਾ, ਅਣਜਾਣੇ ਤਾਂ ਬਹੁਤ ਹੋਇਆ ਨਾ, ਮੈਨੂੰ ਦੇਖ ਕੇ ਵੀ ਬਹੁਤ ਲੱਗੇ ਹੋਣੇ। ਹੋ ਸਕਦਾ ਮੇਰੇ ਚਾਚੇ ਦਾ ਮੁੰਡਾ ਹੋਵੇ, ਤਾਏ ਦਾ ਮੁੰਡਾ ਹੋਵੇ, ਮਾਮੇ ਦਾ ਮੁੰਡਾ ਹੋਵੇ, ਤੇ ਗਿਣਤੀ ਨਹੀਂ ਕਰ ਸਕਦੇ ਭਾਜੀ ਮੈਨੂੰ ਦੇਖ ਕੇ ਕਿੰਨੇ ਵਿਗੜੇ ਹੋਣਗੇ। ਪਰ ਤੁਸੀਂ ਇਹ ਕਿਹਾ ਕਿ ਹੋਸਟਲ ਦੇ ਵਿੱਚ ਵੀ ਤੁਸੀਂ ਨਸ਼ਾ ਕਰਦੇ ਹੁੰਦੇ ਸੀ, ਨਸ਼ੇ ਦਾ ਸਮਾਨ ਹੋਸਟਲ ਦੇ ਵਿੱਚ ਕਿਵੇਂ ਪਹੁੰਚਦਾ ਸੀ? ਉੱਥੇ ਤਾਂ ਸਾਰੇ ਪੜ੍ਹਨ ਲਿਖਣ ਵਾਲੇ ਬੱਚੇ ਹੁੰਦੇ ਨੇ। ਜਿਹੜਾ ਭੈਣ ਜੀ ਵੀ ਸਾਡਾ ਈਰਾ ਸੀਗਾ, ਸਾਡਾ ਕਾਲਜ ਸੀਗਾ ਛਾਪਿਆਂ ਵਾਲੀ, ਗੁਰੂ ਤੇਗ ਬਹਾਦਰ ਖਾਲਸਾ ਪੋਲੀਟੈਕਨਿਕ ਛਾਪਿਆਂ ਵਾਲੀ ਮਲੋਟ, ਗੁਰੂ ਸਾਹਿਬਾਨ ਦੇ ਨਾਂ ਦੇ ਉੱਤੇ ਕਾਲਜ ਆ। ਹਾਂਜੀ। ਤੁਸੀਂ ਫੇਰ ਨਹੀਂ ਹਟੇ? ਹਾਂਜੀ, ਬਸ ਸਮਝ ਲਓ ਵੀ ਮਾਹੌਲ ਇਹੋ ਜਿਹਾ ਸਿਰਜਿਆ ਗਿਆ ਚਾਰੇ ਪਾਸੇ ਜੀ। ਉਹ ਯੂਥ ਨੂੰ ਵੀ ਮਤਲਬ ਉਸ ਟਾਈਮ ਬਿਲਕੁਲ ਅਸੀਂ ਬਾਰਡਰ ਦੇ ਉੱਪਰ ਕਹਿ ਸਕਦੇ ਉਸ ਚੀਜ਼ ਨੂੰ। ਇਧਰੋਂ ਹਨੂਮਾਨਗੜ੍ਹ ਜ਼ਿਲ੍ਹਾ ਲੱਗਦਾ ਜੀ, ਇੰਦਰਾ ਕਨਾਲ ਲੰਘਦੀ ਆ ਨੇੜੋਂ ਦੀ, ਇਧਰੋਂ ਅਬੋਹਰ ਹੋ ਗਿਆ, ਪਾਕਿਸਤਾਨ ਹੋ ਗਿਆ ਨਾਲ ਜੀ। ਤੇ ਜਿਹੜੀਆਂ ਵੀ ਆਪਣੀਆਂ ਸਰਕਾਰਾਂ ਲਾ ਲਓ, ਪਤਾ ਭਾਜੀ ਕਿਹਨੂੰ ਨਹੀਂ ਹੈਗਾ, ਕਿਹਨੂੰ ਨਹੀਂ ਪਤਾ ਵੀ ਕਿੱਥੋਂ ਕੀ ਹੁੰਦਾ ਕਿਵੇਂ ਹੁੰਦਾ। ਸਾਰਾ ਕੁਝ ਓਪਨ ਹੈ, ਬਸ ਇੱਕ ਪਰਦੇ ਦੇ ਪਿੱਛੇ ਚੱਲੀ ਜਾ ਰਿਹਾ ਸਾਰਾ ਕੁਝ। ਹੋਸਟਲ 'ਚ ਵੀ ਸ਼ਰੇਆਮ ਨਸ਼ਾ ਪਹੁੰਚਦਾ। ਉਹੀ ਮੈਂ ਤੁਹਾਨੂੰ ਦੱਸਦਾ ਵੀ ਰੋਟੀ ਸ਼ਾਇਦ ਮਿਲਣੀ ਔਖੀ ਸੀਗੀ, ਇਹੀ ਚੀਜ਼ ਮਿਲਣੀ ਸੌਖੀ ਸੀਗੀ ਹਰ ਤਰ੍ਹਾਂ ਦੀ। ਹਾਂਜੀ, ਰੋਟੀ ਦਾ ਤਾਂ ਫਿਰ ਵੀ ਇੱਕ ਸਿਸਟਮ ਸੀਗਾ, ਪਹਿਲਾਂ ਵੈਰੀਫਿਕੇਸ਼ਨ ਕਰਦਾ, ਫਿਰ ਆਪਣਾ ਖਾਤਾ ਚੱਲਦਾ ਢਾਬੇ ਤੇ ਜਾਂ ਮੈਸ ਦੇ ਉੱਤੇ, ਫਿਰ ਉਹ ਦਿੰਦੇ ਨੇ। ਇਹ ਤਾਂ ਇਹੀ ਚੀਜ਼ ਸੀਗੀ ਵੀ ਤੁਸੀਂ ਜਿੱਥੋਂ ਮਰਜ਼ੀ ਨਗਦੋਂ ਨਗਦੀ। ਮੈਂ ਖੁਦ ਜੀ ਮਤਲਬ ਮੇਰੀ ਫਿਜ਼ੀਕਲ ਸਟਰਕਚਰ ਇਹੋ ਜਿਹਾ ਹੋਣ ਕਰਕੇ ਜਿਵੇਂ ਕੋਈ ਨਾਕੇ ਵਗੈਰਾ ਦੇ ਉੱਤੇ ਮੇਰੀ ਚੈਕਿੰਗ ਘੱਟ ਹੁੰਦੀ ਸੀਗੀ। ਸਮਝੋ ਵੀ 10-20 ਹਜ਼ਾਰ ਦੀ ਸਮੈਕ ਤਾਂ ਮੈਂ ਇੱਥੇ ਹੀ ਬੰਨ ਲੈਂਦਾ ਸੀਗਾ, ਇਹਦਾ ਮੈਂ ਇਸਤੇਮਾਲ ਕਰਦਾ ਸੀਗਾ। ਮਤਲਬ ਰਬੜ ਪਾ ਲਈ ਤੇ ਆਹ ਕਰ ਲਿਆ। ਹੁਣ ਤੁਸੀਂ ਵੀ ਮੇਰੀ ਤਲਾਸ਼ੀ ਲਾਓਗੇ, ਮੇਰੀ ਆਹ ਬਾਂਹ ਛੱਡੋਗੇ ਵੀ ਨਹੀਂ ਇਹ ਦਿਖਣ 'ਚ ਇੱਦਾਂ ਜੀ। ਉਹ ਮੈਨੂੰ ਇਹ ਪੈਸੇ ਇਕੱਠੇ ਕਰਕੇ ਦਿੰਦੇ ਸੀਗੇ। ਮੈਂ ਮਿੰਨੀ ਬੱਸ ਚੜ੍ਹਦਾ ਸੀਗਾ, ਇੰਦਰਾ ਕਨਾਲ ਦੇ ਉੱਤੇ ਨਾਲ ਆਪਣਾ ਰਾਜਸਥਾਨ ਲੱਗਦਾ, ਨਾਲ ਪੰਜਾਬ, ਉੱਥੋਂ ਬੱਸ ਉਤਰਨੀ, 5-7 ਕਿੱਲੇ ਮੈਂ ਤੁਰ ਕੇ ਜਾਣਾ। ਤੱਕੜੀਆਂ ਦੇ ਵਿੱਚ ਟਹਿਣਾ ਸਾਹਿਬ, ਤੱਕੜੀਆਂ ਦੇ ਵਿੱਚ ਘਰ ਦੀਆਂ ਬੀਬੀਆਂ, ਉਹ ਕਿਸੇ ਨੂੰ ਪਤਾ ਨਹੀਂ ਹੋਊਗਾ ਉਹ ਵੀ ਆਹ ਕੰਮ ਚੱਲਦਾ ਇੱਥੇ। ਸੁਨਿਆਰੇ ਵਾਲੀਆਂ ਤੱਕੜੀਆਂ ਦੇ ਵਿੱਚ ਅਸੀਂ ਸਮੈਕ ਖਰੀਦ ਕੇ ਲਿਆਉਂਦੇ ਤੇ 5-5 ਇੰਨੀ ਹਾਂ ਛੋਟੀਆਂ, ਉਹ ਬੀਬੀਆਂ ਹੀ ਐ ਦੇ ਦਿੰਦੀਆਂ ਸਿੰਘ ਢਾਣੀਆਂ ਦੇ ਵਿੱਚ ਬੈਠੀਆਂ। ਕਿਹੜੇ ਪਿੰਡ ਦੀ ਗੱਲ ਹੈ ਇਹ? ਸੀਤੋ ਗੁੰਨੋ ਜੀ। ਸੀਤੋ ਗੁੰਨੋ? ਹਾਂਜੀ, ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਪੈ ਗਏ ਜੀ। ਬਾਈ ਜੀ ਆਪਣਾ ਹੱਥ ਦਿਖਾਓ ਸਾਡੇ ਦਰਸ਼ਕਾਂ ਨੂੰ ਅੱਗੇ ਕਰਕੇ। ਦੇਖੋ ਅਸੀਂ ਅਪਾਹਿਜਤਾ ਦੀ ਗੱਲ ਨਹੀਂ ਕਰਦੇਗੇ, ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ, ਪਰ ਬਾਈ ਜੀ ਦਾ ਜਿਹੜਾ ਇਹ ਹੱਥ ਆ ਮਾੜਾ ਦਿਖਾਇਓ ਦੁਬਾਰਾ। ਹਾਂਜੀ, ਇਹ ਇੱਕ ਉਦਾਹਰਨ ਆ ਵੀ ਨਸ਼ੇ ਦੇ ਕਰਕੇ ਤੁਹਾਡੇ ਅੰਗ ਕਿਵੇਂ ਬਰਬਾਦ ਹੁੰਦੇ ਆ। ਇਹ ਇੱਕ ਸਿਰਫ ਉਦਾਹਰਨ ਦੇਣ ਦੇ ਲਈ ਅਸੀਂ ਆਖਿਆ, ਅਸੀਂ ਸਤਿਕਾਰ ਕਰਦੇ ਆ, ਇਹ ਤੰਦਰੁਸਤ ਨੇ, ਨੰਬਰ 9 ਨੇ ਸਾਡੀ ਨਜ਼ਰ ਦੇ ਵਿੱਚ ਤੇ ਰਹਿਣ ਵੀ, ਪਰ ਇਹ ਇੱਕ ਉਦਾਹਰਨ ਆ ਵੀ ਇਦਾਂ ਆਪਦੇ ਅੰਗ ਵੀ ਗਵਾਏ ਆ ਕਈ ਲੋਕਾਂ ਦੇ। ਇਹਨਾਂ ਦੀ ਇੱਥੋਂ ਤੱਕ ਬਾਂਹ ਜਿਹੜੀ ਉਹ ਇਹਨਾਂ ਨੇ ਦਿਖਾਈ ਮੈਨੂੰ ਹਰਮਨ ਜੀ, ਵੀ ਇੱਥੋਂ ਬਾਂਹ ਜਿਹੜੀ ਲਹਿ ਗਈ ਸੀ। ਅੱਛਾ ਜੀ। ਤੇ ਉਹ ਮਾੜੀ ਜੀ ਜੁੜੀ ਰਹਿ ਗਈ ਸੀ ਤੇ ਇੱਥੇ ਟੱਕ ਪਿਆ ਹੋਇਆ, ਤੇ ਜਿਵੇਂ ਦਰਖਤ ਦੀ ਟਾਹਣੀ ਸੁੱਕ ਜਾਂਦੀ ਆ ਉਵੇਂ ਹੌਲੀ ਹੌਲੀ ਇਹ ਸੁੱਕ ਗਿਆ ਹੈ। ਸੋ ਇਹ ਨਸ਼ੇ ਦੇ ਵਿੱਚ ਸੀ ਉਸ ਵੇਲੇ ਜਦੋਂ ਇਹਨਾਂ ਦਾ ਹਾਦਸਾ ਹੋਇਆ। ਥੋੜੀ ਜੀ ਕਹਾਣੀ ਆਪ ਟਹਿਣਾ ਸਾਹਿਬ, ਤੁਸੀਂ ਨੁਕਸਾਨ ਦੀ ਗੱਲ ਕਰੀਏ ਵੀ ਨੁਕਸਾਨ ਕਰਦਾ, ਸਰੀਰਕ ਤਾਂ ਹੈ ਹੀ ਹੈ, ਜਿਹੜਾ ਪਰਿਵਾਰਕ ਹੈ, ਸਮਾਜਿਕ ਨੁਕਸਾਨ ਹੈ ਬੰਦੇ ਦਾ, ਰਿਸ਼ਤੇਦਾਰੀ, ਆਪਣਾ ਪਰਿਵਾਰ, ਸਾਰਾ ਕੁਝ। ਹੁਣ ਜਿਵੇਂ ਨਸ਼ੇ ਦੇ ਵਿੱਚ ਮੇਰਾ ਐਕਸੀਡੈਂਟ ਹੋਇਆ ਜੀ, ਸਭ ਤੋਂ ਵੱਡਾ ਨੁਕਸਾਨ ਜਿਹੜਾ ਮੇਰਾ, ਮੈਂ ਬੈਸਟ ਵੀ ਜਿਗਰੀ ਯਾਰ ਉਹ ਚਲਿਆ ਗਿਆ, ਉਹ ਦਾਗ ਮੈਂ ਧੋ ਨਹੀਂ ਸਕਦਾ ਸਾਰੀ ਉਮਰ। ਇੱਕ ਤਰ੍ਹਾਂ ਜਿੰਨਾ ਮਰਜ਼ੀ ਚਾਹੇ ਆਪਾਂ ਕਹਿ ਲਈਏ ਵੀ ਪਰਮਾਤਮਾ ਦਾ ਭਾਣਾ ਜਾਂ ਕੁਛ ਹੋਇਆ, ਉਹ ਮੇਰੇ ਦਿਮਾਗ 'ਚ ਤਾਂ ਕਿਤੇ ਨਾ ਕਿਤੇ ਘੁੰਮਦੀ ਹੋ ਰਹੀ ਹੈ। ਇਹ ਤਸਵੀਰ ਵੀ ਚਲਾ ਤਾਂ ਮੈਂ ਰਿਹਾ ਸੀਗਾ, ਸ਼ਾਇਦ ਵੀ ਜੇ ਨਾ ਆਹ ਕੁਛ ਕਰਿਆ ਹੁੰਦਾ ਤਾਂ ਬਚ ਜਾਂਦੇ। ਇਹ ਨੁਕਸਾਨ ਜਿਹੜਾ ਉਹ ਸਾਰੀ ਉਮਰ ਨਹੀਂ ਭਰਿਆ ਜਾਣਾ ਜੀ। ਫਿਰ ਜਿਹੜਾ ਸਰੀਰ ਹੈ, ਤੁਸੀਂ ਹੁਣ ਦੇਖ ਲਓ ਵੀ ਟੀਕੇ ਵਾਲੇ ਮੁੰਡੇ, ਆਪਣੇ ਕਿਸੇ ਦਾ ਲੱਤ ਖੜ ਗਈ, ਕਿਸੇ ਦੀ ਬਾਂਹ ਖੜ ਗਈ, ਕੋਈ ਉੱਥੇ ਹੀ ਰਹਿ ਗਿਆ, ਜਦੋਂ ਸਰੀਰ ਹੀ ਚਲੇ ਗਿਆ ਫਿਰ ਉਸ ਤੋਂ ਵੱਡਾ ਤਾਂ ਕੋਈ ਨੁਕਸਾਨ ਹੈ ਨਹੀਂ ਜੀ। ਫਿਰ ਜਦ ਆਪਣਾ ਸਰੀਰ ਚਲਿਆ ਜਾਂਦਾ, ਫਿਰ ਜਿਹੜਾ ਸਮਾਜ ਹੈ, ਫਿਰ ਤੁਹਾਡਾ ਮਾਂ-ਬਾਪ ਆ ਗਿਆ ਉਹਦੇ ਉਸੇ ਦਾਇਰੇ ਦੇ ਵਿੱਚ, ਉਹਨਾਂ ਦਾ ਨੁਕਸਾਨ। ਫਿਰ ਮਾਂ-ਬਾਪ ਦੇ ਗਾਹਾਂ ਜਿਹੜੀ ਰਿਸ਼ਤੇਦਾਰੀ ਬਣੀ ਵੀ, ਆਪਣਾ ਸਮਾਜਿਕ ਤਾਣਾ ਬਾਣਾ ਬਣਿਆ ਹੋਇਆ। ਇੱਕ ਟਹਿਣਾ ਸਾਹਿਬ ਤੁਹਾਡੇ ਮੈਂ ਇੱਥੇ ਸਾਈਕਲ ਦੇਖਦਾ ਹੁੰਦਾ ਪਿੱਛੇ, ਵੀ ਸਾਈਕਲ ਖੜਾ, ਮੈਂ ਉਦਾਹਰਨ ਦੇਣੀ ਚਾਹੁੰਦਾ ਥੋੜ੍ਹੀ ਜਿਹੀ ਉਹਦੇ ਨਾਲ
ਤੁਸੀਂ ਸਾਰੇ ਸਮਾਜ ਨੂੰ ਸਾਈਕਲ ਮੰਨ ਲਓ ਜੀ। ਸਾਰਾ ਸਮਾਜ ਇੱਕ ਸਾਈਕਲ ਹੈ, ਇੱਕ ਦੂਜੇ ਨਾਲ ਜੁੜਿਆ ਹੋਇਆ। ਚੈਨ ਹੈ, ਅੜੀ ਹੈ, ਗਾਜ ਹੈ, ਟਾਇਰ ਹੈ। ਤੁਸੀਂ ਸਾਡੇ ਵਰਗੇ ਬੰਦਿਆਂ ਨੂੰ ਉਹ ਟਾਇਰ ਦੇ ਤੇ ਇੱਕ ਛੋਟੀ ਜਿਹੀ ਢਿਮਰੀ ਹੁੰਦੀ ਆ ਨਾ ਮਗਰਾਟ ਦੇ ਉੱਤੇ, ਉਹ ਨਟ ਸਮਝ ਲਓ। ਉਹਦਾ ਕੋਈ ਖਾਸ ਨਹੀਂ ਹੈਗਾ। ਮੈਂ ਸਮਾਜ ਦੇ ਤਾਣੇ ਬਾਣੇ ਦੀ ਗੱਲ ਐਗਜ਼ਾਮਪਲ ਲੈ ਰਿਹਾ ਜੀ, ਵੀ ਉਹ ਨਟ ਨਿਕਲ ਗਿਆ, ਸਾਈਕਲ ਨੂੰ ਕੋਈ ਅਸਰ ਨਹੀਂ ਪਿਆ। ਕਿਤੇ ਨਾ ਕਿਤੇ ਜਾ ਕੇ ਜਦੋਂ ਮੱਡਗਾਰਡ ਟਾਇਰ ਦੇ ਨਾਲ ਲੱਗੂਗਾ, ਉਹ ਆਵਾਜ਼ ਆਉਣੀ ਸ਼ੁਰੂ ਹੋਊਗੀ, ਉਹ ਤੁਹਾਡੇ ਕੰਨਾਂ 'ਚ ਵੱਜੂਗੀ ਜੀ, ਤੁਹਾਨੂੰ ਤੰਗ ਕਰੂਗੀ ਉਹ। ਇਦਾਂ ਹੀ ਅਸੀਂ ਵੀ ਹੈਗੇ ਤਾਂ ਸਮਾਜ ਦਾ ਹੀ ਹਿੱਸਾ ਸੀਗੇ ਉਸ ਟਾਈਮ ਵੀ, ਜਦੋਂ ਹੁਣ ਸੁਧਰ ਕੇ ਵੀ ਇਸ ਤੇ ਵੀ ਇੱਕ ਦੂਜੇ ਨਾਲ ਆਪਾਂ ਡਾਇਰੈਕਟਲੀ ਇਨਡਾਇਰੈਕਟਲੀ ਹਰ ਇੱਕ ਇਨਸਾਨ ਪੂਰੇ ਗਲੋਬਲ ਦੇ ਉੱਤੇ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਮੈਂ ਇਹ ਚੀਜ਼ ਕਹਿਣੀ ਬਿਲਕੁਲ ਸਹੀ। ਚਾਹੇ ਕੋਈ ਕਿਵੇਂ ਵੀ ਹੈ, ਹਾਂ, ਤੁਸੀਂ ਮੇਰੇ ਨਾਲ ਡਾਇਰੈਕਟਲੀ ਵੀ ਜੁੜੇ ਹੋ ਸਕਦੇ ਹੋ, ਕੋਈ ਤਾਰ ਇਨਡਾਇਰੈਕਟਲੀ ਵੀ ਆਪਣੀ ਜੁੜੀ ਹੋਈ ਸਕਦੀ ਹੈ। ਜਿਹੜਾ ਆਪਣਾ ਸਮਾਜਿਕ ਤਾਣਾ ਬਾਣਾ ਵੀ ਹਰ ਇੱਕ ਇਨਸਾਨ ਇੱਕ ਦੂਜੇ ਨਾਲ ਕਿਤੇ ਨਾ ਕਿਤੇ ਜ਼ਰੂਰ ਜੁੜਿਆ ਹੋਇਆ। ਤਾਂ ਜਿਹੜੇ ਨਸ਼ੇ ਕਰਦੇ ਨੇ ਜਾਂ ਨਸ਼ੇ ਦੇ ਵਿੱਚ ਹੈਗੇ ਨੇ, ਮਤਲਬ ਜੀ ਉਹਨਾਂ ਦਾ ਸਮਾਜ ਉੱਤੇ ਕਿਤੇ ਨਾ ਕਿਤੇ ਕੋਈ ਚੰਗਾ ਮਾੜਾ ਅਸਰ ਹੋਊਗਾ ਹੀ ਹੋਊਗਾ। ਤੁਸੀਂ ਜਿੰਨਾ ਮਰਜ਼ੀ ਸਾਤੋਂ ਪਾਸਾ ਵੱਟ ਲਓ, ਸਾਤੋਂ ਮੂੰਹ ਵੱਟ ਲਓ, ਸਰਕਾਰਾਂ ਨਾਲ ਸਾਡਾ ਉਹ ਦੇਣ, ਮਤਲਬ ਸਾਨੂੰ ਵੀ ਮੁੱਖ ਧਾਰਾ ਦੇ ਵਿੱਚ ਆਉਣ ਦਾ ਉਨਾ ਹੀ ਹੱਕ ਹੈ। ਬਿਲਕੁਲ ਸਹੀ ਹੈ। ਸਾਡਾ ਨਸ਼ਾ ਸਾਡੀ ਬਿਮਾਰੀ ਹੈ ਜੀ, ਤੇ ਉਹਦਾ ਵੀ ਟ੍ਰੀਟਮੈਂਟ ਹੋਣਾ ਚਾਹੀਦਾ। ਇਹ ਜਿਹੜਾ ਦੌਰ ਰਿਹਾ, ਚਲੋ ਨਸ਼ੇ ਦੇ ਵਿੱਚ ਪੈ ਗਏ, ਨਸ਼ਾ ਕਰਨ ਲੱਗ ਗਏ, ਇਸ ਦੌਰ ਦੇ ਵਿੱਚ ਵੀ ਬਹੁਤ ਕੁਝ ਹੰਡਾਇਆ ਹੋਊਗਾ, ਪਰਿਵਾਰਕ ਤੌਰ ਦੇ ਉੱਪਰ ਵੀ, ਆਪਣੇ ਆਪ ਦੇ ਉੱਪਰ ਵੀ, ਮਾਨਸਿਕ ਤੌਰ ਦੇ ਉੱਪਰ ਵੀ। ਉਹ ਦੌਰ ਫਿਰ ਕਿਹੋ ਜਿਹਾ ਸੀ? ਹਰਮਨ ਭੈਣ ਜੀ, ਮੈਂ ਇੱਕ ਗੱਲ ਕਹਿਣੀ ਚਾਹਣਾ ਜੀ, ਵੀ ਕੁਛ ਸਵਾਲ ਚਾਹ ਕੇ ਵੀ ਨਹੀਂ ਪੁੱਛੇ ਜਾ ਸਕਦੇ, ਕੁਛ ਸਵਾਲ ਚਾਹ ਕੇ ਕੁਛ ਜਵਾਬ ਚਾਹ ਕੇ ਦੱਸੇ ਵੀ ਨਹੀਂ ਜਾ ਸਕਦੇ। ਬਿਲਕੁਲ ਠੀਕ। ਮਤਲਬ ਜਿਹੜੀ ਤੁਸੀਂ ਗੱਲ ਪੁੱਛੀ ਹੈ, ਤੁਸੀਂ ਇਸ ਗੱਲ ਨੂੰ ਉਹਦੇ ਨਾਲ ਹੀ ਜੋੜ ਕੇ ਸਮਝ ਲਓ ਵੀ ਹੋਰ ਇਦੋਂ ਵੱਧ ਗਿਰਾਵਟ ਕੀ ਹੋ ਸਕਦੀ ਹੈ। ਵੀ ਜਦੋਂ ਇੱਕ ਨਸ਼ੇੜੀ ਕਿਤੇ ਘਰ ਦੇ ਵਿੱਚ ਹੈ, ਆਪਣੇ ਘਰ ਦੇ ਵਿੱਚ ਹੈ, ਵੀ ਉਹਦੀ ਮਾਂ ਭੈਣ ਜਾਂ ਕੋਈ ਹੋਰ ਕੋਈ ਦਾਦੀ ਪੜਦਾਦੀ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰੇ ਉਹਦੇ ਹੁੰਦੇ ਹੋਏ, ਇਹ ਤੋਂ ਵੱਡੀ ਕੀ ਹੋ ਸਕਦੀ ਹੈ ਗਿਰਾਵਟ ਵਾਲੀ ਗੱਲ, ਨੁਕਸਾਨ ਵਾਲੀ ਗੱਲ, ਸਮਾਜਿਕ ਗਿਰਾਵਟ ਦੀ ਗੱਲ। ਤੁਹਾਡੇ ਤੋਂ ਭੈਣਾਂ ਮਾਤਾ ਜੀ ਉਹ ਡਰਦੇ ਸੀ, ਤਰਪਕਦੇ ਸੀ? ਗਵਾਂਢੀਆਂ ਦੇ ਜਾ ਕੇ ਪੈਂਦੇ ਸੀਗੇ ਜੀ। ਹਾਂਜੀ, ਇਹ ਸੰਤਾਪ ਵੀ ਹੰਡਾਇਆ। ਮਤਲਬ ਉਹੀ ਮੈਂ ਕਹਿਣਾ ਵੀ ਮੈਂ ਤਾਂ ਦਾਗ ਧੋਣ ਤੇ ਜ਼ੋਰ ਹੈ ਵੀ ਕਿਤੇ ਫਿੱਕੇ ਹੋ ਜਾਣ ਮਾੜੇ ਮੋਟੇ। ਤੁਹਾਡੀਆਂ ਅੱਖਾਂ ਗਿੱਲੀਆਂ ਹੋ ਗਈਆਂ। ਮੈਂ ਤੁਹਾਡੀ ਭਾਵੁਕਤਾ ਨੂੰ ਸਮਝ ਸਕਦਾ ਬਈ ਤੁਹਾਡੇ ਮਨ ਦੇ ਉੱਤੇ ਬਹੁਤ ਕੁਝ ਬੀਤਦਾ ਹੋਊਗਾ। ਉਹ ਵੇਲਾ ਸੀ। ਬਿਲਕੁਲ ਜੀ। ਬਾਈ ਜੀ, ਨਸ਼ੇ ਕਰਨ ਵਾਲਿਆਂ ਦੇ ਬਹੁਤ ਵੱਡੇ ਖਰਚੇ ਹੁੰਦੇ ਆ। ਉਹ ਜੇਬਾਂ ਵੀ ਕੱਟਦੇ ਆ, ਡਾਕੇ ਵੀ ਮਾਰਦੇ ਆ, ਚੋਰੀਆਂ ਵੀ ਕਰਦੇ ਆ। ਹਾਂਜੀ, ਉਹ ਬਹੁਤ ਕੁਝ ਕਰਦੇ ਆ ਜਿਹੜਾ ਕਿ ਗਲਤ ਆ। ਤੁਸੀਂ ਆਪਦੇ ਘਰ ਦੇ ਵਿੱਚ ਬੜਾ ਕੁਝ ਕਰਦੇ ਰਹੇ ਆ। ਹਾਂਜੀ, ਘਰ ਦੇ ਵਿੱਚੋਂ ਚੋਰੀਆਂ ਵੀ ਕੀਤੀਆਂ। ਉਹ ਥੋੜੀ ਜਿਹੀ ਸਾਨੂੰ ਜਾਣਕਾਰੀ ਦਿਓ ਵੀ ਕੀ ਕੁਝ ਆਪਣੇ ਘਰ ਦੇ ਵਿੱਚੋਂ ਗਵਾਇਆ ਆਰਥਿਕ ਤੌਰ ਤੇ। ਜ਼ਮੀਨ ਵੀ ਤੁਸੀਂ ਵੇਚਤੀ। ਆਰਥਿਕ ਤੌਰ ਤੇ ਭਾਜੀ ਪਹਿਲਾਂ ਤਾਂ 2-3 ਸਾਲ ਦੀ ਮੇਰੀ, ਇਹ ਭਾਵੁਕ ਹੋ ਜਾਂਦੇ ਹਰਮਨ ਜੀ। ਹਾਂਜੀ, 2-3 ਸਾਲ ਦੀ ਮੇਰੀ ਵੀ 4-5 ਸਾਲ, ਮਤਲਬ 3 ਸਾਲ ਤਾਂ ਜਿਹੜੇ ਰੈਗੂਲਰ ਹੁੰਦੇ ਨੇ ਡਿਪਲੋਮੇ ਦੇ, ਫਿਰ ਡਟੂਨ ਹੋ ਕੇ 5-6 ਸਾਲ ਮੈਂ ਜਿਹੜੀ ਫੀਸ ਹੈ ਪਿਤਾ ਜੀ ਤੋਂ ਉਹ ਆਪਣਾ ਢਿੱਡ ਕੱਟ ਕੇ ਦਿੰਦੇ ਰਹੇ। ਕੀ ਜਿਸਮ ਦਾ ਕਿਹੜਾ ਹਿੱਸਾ ਵੇਚ ਕੇ ਦਿੰਦੇ ਰਹੇ, ਉਹਨਾਂ ਨੇ ਪੂਰਾ ਕਰਿਆ। ਜ਼ਮੀਨ ਦਾ ਹਿੱਸਾ ਵੇਚ ਕੇ ਦਿੰਦੇ ਰਹੇ। ਮਤਲਬ ਉਹ ਦੇਖ ਲਓ ਆਰਥਿਕ ਵੀ 1.5-2 ਕਿੱਲੇ ਮੇਰੇ ਕਾਰਨੇ ਗਏ ਆ ਉਹ ਸਿਸਟਮ, ਮਤਲਬ ਸਾਰੀ ਜ਼ਮੀਨ ਦਾ ਵੀ। ਤੇ ਇੱਥੋਂ ਤੱਕ ਨੌਬਤ ਆ ਗਈ ਸੀਗੀ, ਮਤਲਬ ਜਦੋਂ ਹੁਣ ਮੈਂ ਕਿਹਾ ਵੀ ਜਦੋਂ ਮੋੜਾ ਪਿਆ, ਮਤਲਬ ਘਰ ਵਿਕਣ ਦੀ ਨੌਬਤ ਸੀਗੀ ਉਸ ਟਾਈਮ। ਤੁਸੀਂ ਅੱਜ ਵੀ ਜਾ ਕੇ ਪਿੰਡ 'ਚ ਪੁੱਛੋਗੇ ਵੀ ਮੈਂ ਤਾਂ ਸ਼ੁਕਰ ਮਨਾਉਣਾ ਹੀ ਮਨਾਉਣਾ। ਮੇਰਾ ਸਾਰੇ ਚਾਹੁਣੇ ਵਾਲੇ ਵੀ, ਸਾਰਾ ਪਰਿਵਾਰ, ਸਾਰੇ ਰਿਸ਼ਤੇਦਾਰ ਵੀ ਉਹ ਵੱਧ ਸ਼ੁਕਰ ਮਨਾਉਂਦੇ ਨੇ। ਵੀ ਤੁਸੀਂ ਯਕੀਨ ਮੰਨੋ, ਮੇਰੀ 1-2 ਇੰਟਰਵਿਊ ਪਹਿਲਾਂ ਵੀ ਹੈਗੀ ਆ ਕਿਸੇ ਦੇ ਉੱਤੇ। ਮੈਨੂੰ ਛਾਪਿਆਂ ਵਾਲੀ ਕਾਲਜ ਤੋਂ ਜਿਹੜੇ ਆਪਣੇ ਸਟੇਸ਼ਨਰੀ ਦੇ ਹੈੱਡ ਹੁੰਦੇ ਨੇ, ਡਾਕਟਰ ਸੀਗੇ, ਡਾਕਟਰ ਕਹਿੰਦੇ ਸੀਗੇ ਜੀ, ਸੀਨੀਅਰ ਸੀਗੇ, ਹੁਣ 70-75 ਸਾਲ ਦੇ ਨੇੜੇ ਹੋਣੇ, ਉਹਨਾਂ ਦੀ ਕਾਲ ਆਈ। ਕਹਿੰਦੇ ਭਰਪੂਰ ਪਹਿਲਾਂ ਤਾਂ ਤੂੰ ਜਿਉਂਦਾ, ਕਹਿੰਦੇ ਇਹੀ ਬਹੁਤ ਆ। ਵਾਹ। ਔਰ ਜਿਉਂ ਵੀ ਇੱਦਾਂ ਰਿਹਾ, ਕਹਿੰਦੇ ਇਹ ਸਭ ਤੋਂ ਸੋਨੇ ਤੇ ਸਾਗ ਆ। ਜਿੱਦੇ ਕਦੇ ਇੱਧਰ ਆਇਆ ਵੀ ਤਾਂ ਮੈਨੂੰ ਮਿਲ ਕੇ ਜ਼ਰੂਰ ਜਾਣਾ। ਬਹੁਤ ਖੂਬ। ਤੇ ਮਿਲ ਕੇ ਜ਼ਰੂਰ ਆਇਓ। ਹਾਂਜੀ, ਜ਼ਰੂਰ ਮਿਲਾਂਗੇ ਜੀ। ਤੇ ਮੈਨੂੰ ਥੋੜਾ ਇੱਕ ਵਾਰੀ ਸਵਾਲ ਤੁਹਾਡਾ ਫੇਰ ਦੁਹਰਾ ਦਿਓ ਵੀ ਜੇ ਕੁਛ ਉਹਦੇ ਵਿੱਚ ਰਹਿ ਗਿਆ ਹੋਵੇ ਵੀ ਆਰਥਿਕ ਤੰਗੀ, ਵੀ ਆਰਥਿਕ ਪੱਖੋਂ ਤਾਂ ਇੰਨਾ ਕੁ ਨੁਕਸਾਨ ਕਰ ਚੁੱਕਾ।
ਕਿਉਂਕਿ ਬੇਬੇ ਦੀਆਂ ਟੂਮਾਂ ਵੀ ਕਈ ਵੇਚ ਜਾਂਦੇ ਆ। ਹਾਂਜੀ ਹਾਂਜੀ ਬਾਪੂ ਦਾ ਬਹੁਤ ਸਮਾਨ ਵੇਚ ਜਾਂਦੇ ਆ, ਭਾਂਡੇ ਤੱਕ ਵੇਚ ਹਾਂ। ਜਾਂਦੇ। ਇਦਾਂ ਹਾਂ, ਜਾਣੀ ਮੇਰੀ ਕਿਰਪਾ ਥੋੜੀ ਘਰ ਪੱਖੋਂ ਥੋੜਾ ਠੀਕ ਹੋਣ ਕਰਕੇ ਮਾਹੌਲ ਸਮਝੋ ਵੀ ਜਾਂ ਥੋੜੇ ਇਸ ਪੱਖ ਨੂੰ ਮੈਂ ਨਹੀਂ ਗਿਆ ਵੀ ਬਾਹਰੇ ਚੋਰੀ ਚਕਾਰੀ, ਥੋੜੀ ਜੀ ਇੱਜ਼ਤ ਰੱਖੀ ਇਸ ਪੱਖੋਂ ਮੈਂ ਕਰਦੀ। ਬਾਹਰ ਮੇਰਾ ਕਦੇ ਕੋਈ ਇਹੋ ਜਿਹਾ ਚਾਂਸ ਨਹੀਂ ਹੋਇਆ। ਮੰਡਲੀਆਂ ਦਾ ਹੋਇਆ ਵੀ ਜਿਵੇਂ ਕਿਸੇ ਨੇ ਤਾਰਾਂ ਤੂਰਾਂ ਕੱਢਣੀਆਂ ਤਾਂ ਮੈਂ ਉਹਨਾਂ ਤੋਂ ਪਾਸਾ ਹੀ ਵੱਟ ਲੈਣਾ ਵੀ ਨਹੀਂ, ਇਹ ਚੀਜ਼ ਦੇ ਵਿੱਚ ਮੈਂ ਨਹੀਂ ਆਉਣਾ। ਤੇ ਘਰੋਂ ਜਾਣੀ ਮੈਂ ਥੈਲੇ ਦਾ ਢੋਲਾ ਆਪਣੀਆਂ 1.5 ਬਾਂਹ ਨਾਲ ਵੀ ਲੈ ਜਾਂਦਾ ਸੀਗਾ ਪਾ ਕੇ ਆਪਦਾ ਭਰ ਕੇ। ਕਣਕ ਵਾਲੇ ਢੋਲ ਹਰ ਇੱਕ ਪਿੰਡ ਦੇ ਵਿੱਚ ਹੁੰਦੇ ਹੀ, ਉਹ ਅਸੀਂ ਸਾਲ 1.5 ਸਾਲ ਦੀ ਰੱਖਦੇ ਹਾਂ ਅੱਗੇ ਐਡਵਾਂਸ, ਉਹਨੂੰ ਲੈ ਜਾਣਾ ਜੀ। ਤੁਸੀਂ ਸਮਝੋ ਵੀ ਇਹ ਮੈਂ ਇਹਨੂੰ ਕਹਿਣਾ ਵੀ ਮੇਰਾ ਆਰਟ ਆਫ ਵਰਕ ਸੀਗਾ ਜੀ। ਇਹ ਉਹ ਮਿੰਟੂ ਗੁਰੂ ਸਰੀਏ ਨੇ ਮੇਰੀ ਪਾਈ ਹੋਈ ਆ, ਉਹਨੇ ਲਿਖਿਆ ਵਾ ਜਗਾੜੀ ਭਰਪੂਰ, ਵੀ ਹੋਸਟਲ ਟਾਈਮ ਦਾ ਜਗਾੜੀ ਭਰਪੂਰ। ਉਹਨੇ ਮੇਰੇ ਥੋੜਾ ਜਿਹਾ ਪਾਈ ਆ, ਮੇਰੀ ਕੰਪਨੀ ਨੇ ਬਣਾਇਆ ਸੀਗਾ, ਮੇਰੀ ਫਾਊਂਡੇਸ਼ਨ ਨੇ ਮੇਰੀ ਡਾਕੂਮੈਂਟਰੀ ਬਣਾਈ ਸੀਗੀ, ਉਹਨੇ ਜਗਾੜੀ ਭਰਪੂਰ ਲਿਖਿਆ। ਟੈਣਾ ਸਾਹਿਬ ਮੇਰੇ 'ਚ ਇੰਨਾ ਕੁ ਹੁਨਰ ਸੀਗਾ ਇਸ ਚੀਜ਼ ਦਾ, ਮਤਲਬ ਜੇ ਮੈਂ 700 ਦਾ ਨਸ਼ਾ ਕਰਦਾ ਤਾਂ ਮੈਂ 1400 ਕਢਵਾ ਲੈਂਦਾ ਸੀਗਾ ਲੋਕਾਂ ਤੋਂ। ਉਹ ਕਿਵੇਂ? ਅੱਛਾ ਜੀ। ਇਮੋਸ਼ਨਲੀ ਅਤਿਆਚਾਰ ਅੱਜ ਸ਼ਬਦ ਵਰਤਿਆ ਜਾਂਦਾ, ਉਹ ਮੈਂ ਅੱਜ ਤੋਂ 10-12 ਸਾਲ ਪਹਿਲਾਂ ਮਤਲਬ ਅਜਮਾਉਂਦਾ ਸੀਗਾ ਲੋਕਾਂ ਦੇ ਉੱਤੇ। ਵੀ ਤਰਸ ਆਪਣੀ ਦੇ ਬਾਂਹ ਆਧਾਰ ਤੇ। ਕਰਕੇ ਹਾਂ, ਕੋਈ ਕਹਾਣੀ ਇਹੋ ਜਿਹੀ ਘੜ ਲੈਣੀ ਵੀ ਡੈਡੀ ਨੂੰ ਅਟੈਕ ਹੋਣੇ ਵਾਲਾ, ਸਟੇਸ਼ਨਰੀ ਵਾਲੇ ਤੋਂ, ਪ੍ਰੋਫੈਸਰ ਤੋਂ, ਇੱਥੋਂ ਤੱਕ ਕਿ ਇੱਕ ਦਿਨ ਮਸ਼ਹੂਰ ਹੋ ਗਿਆ ਸੀਗਾ ਮਲੋਟ ਮੈਂ ਥਾਣੇ ਵਾਲੇ SHO ਤੋਂ ਹੀ ਪੈਸੇ ਲੈ ਆਇਆ ਸੀਗਾ ਜੀ। ਅੱਛਾ। ਤੁਸੀਂ SHO ਤੋਂ ਪੈਸੇ ਲਏ ਆ? ਹਾਂਜੀ। ਅੱਜ ਤਾਈਂ ਤਾਂ ਪੁਲਿਸ ਇਸ ਗੱਲ ਲਈ ਬਦਨਾਮ ਰਹੀ ਹੈ ਬਹੁਤੀਆਂ ਥਾਵਾਂ ਦੇ ਉੱਪਰ ਕਿ ਪੁਲਿਸ ਵਾਲੇ ਪੈਸੇ ਲੈਂਦੇ ਫੜੇ ਗਏ, ਤੁਸੀਂ ਉਹ ਉਲਟਾ। ਕਹਾਣੀ ਇਦਾਂ ਬਣੀ ਜਾਣੀ, ਮੈਂ ਕਿਸੇ ਨੂੰ ਕੋਈ ਨਾ ਗਲਤ ਸਮਾਨ ਇੱਧਰ ਉੱਧਰ ਕਰਦੇ ਦੇਖ ਲਿਆ ਜੀ, ਤੇ ਮੈਂ ਸੈਟਿੰਗ 'ਚ ਸੀਗਾ ਵੀ ਇਹ ਮੈਨੂੰ ਪੁੱਛਣ ਵੀ ਮੈਂ ਤਾਂ ਨਹੀਂ ਵੀ ਮੈਂ ਕਿਤੇ ਦੱਸੂਗਾ ਨਹੀਂ ਭਾਈ ਤੁਸੀਂ ਮੈਨੂੰ ਦਿਓ। ਇਦਾਂ ਕਰਦੇ ਕਰਦੇ ਰਾਹ 'ਚ ਹੀ ਥਾਣਾ ਸੀਗਾ, ਕਾਲਜ ਨੂੰ ਜਾਂਦੇ ਹੋਏ ਰਾਹ 'ਚ। ਉਹ ਮਤਲਬ ਜਦ ਤੱਕ ਮੈਂ ਇਹ ਸਕੀਮਾਂ ਬਣਾਉਂਦਾ ਥਾਣੇ ਦੇ ਗੇਟ ਤੱਕ ਪਹੁੰਚਿਆ, ਉਹਨਾਂ ਨੇ ਜਾ ਕੇ ਪਹਿਲਾਂ ਹੀ ਸੈਟਿੰਗ ਕਰ ਲਈ ਅੰਦਰ। ਉਹ ਜਦੋਂ ਕਰਕੇ ਆ ਗਏ ਮੈਂ ਜੀ ਹੁਣ ਸਾਰਾ ਕੁਝ ਹੋ ਤਾਂ ਗਿਆ, ਮੈਂ ਤੁਹਾਨੂੰ ਇੱਥੇ ਹੁਣ ਕੀ ਦੱਸਣਾ। ਜਿਹੜਾ ਮਤਲਬ ਇਹਨਾਂ ਕੋਲੇ ਸਮਾਨ ਸੀਗਾ ਉਹ ਥੋੜਾ ਜਿਹਾ ਮੈਨੂੰ ਵੀ ਦੇ ਦਿਓ ਤੁਸੀਂ, ਵੀ ਮੈਂ ਵੀ ਜਾਵਾਂ ਆਪਣੇ ਕਮਰੇ 'ਚ। ਉੱਥੋਂ ਲੈ ਕੇ ਮੈਂ ਆਪਣੇ ਕਮਰੇ 'ਚ ਚਲੇ ਗਿਆ। ਨਹੀਂ ਮੈਨੂੰ ਐਂ ਦੀ ਵੀ ਉਹਨਾਂ ਨੂੰ ਥੋੜਾ ਜਿਹਾ ਦਬਕਾ ਦੇ ਕੇ ਉਹਨਾਂ ਤੋਂ ਕਢਾਵਾਂ ਕੋਈ ਪੈਸੇ ਜਾਂ ਕੁਝ ਉਹ ਇਦਾਂ ਦਾ। ਇਹ ਹੋਇਆ ਸੀਗਾ ਬਾਈ ਜੀ। ਆਪਾਂ ਨਾ ਗੱਲਬਾਤ ਦਾ ਸਿਲਸਿਲਾ ਜਿਹੜਾ ਜਾਰੀ ਰੱਖਾਂਗੇ, ਪਹਿਲਾਂ ਇੱਕ ਨਿੱਕਾ ਜਿਹਾ ਵਕਫਾ ਲੈ ਲਈਏ। ਜ਼ਰੂਰ ਸਰ, ਜ਼ਰੂਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਚਾਈ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਸਾਡੇ ਦੋਵਾਂ ਦੇ ਨਾਲ ਮੌਜੂਦ ਨੇ ਭਰਪੂਰ ਸਿੰਘ ਜੀ। ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਉਣੇ। ਬਾਈ ਜੀ, ਨਸ਼ਾ ਛਡਾਊ ਕੇਂਦਰ ਕਿੰਨੀ ਵਾਰ ਗਏ ਤੇ ਕੀ ਉਹਦਾ ਕੋਈ ਅਸਰ ਹੋਇਆ ਨਸ਼ਾ ਛੱਡਣ ਤੇ? ਉਹਦਾ ਮੈਂ 3 ਕੁ ਵਾਰ ਤਾਂ ਗਿਆ। ਪਹਿਲਾਂ ਤਾਂ ਇਹ ਸਵਾਲ ਹੋ ਗਿਆ ਜੀ ਵੀ 3 ਕੁ ਵਾਰ ਛੱਡਿਆ ਘਰਦਿਆਂ ਨੇ ਮੈਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ। ਹੁਣ ਦੂਜਾ ਜਿਹੜਾ ਤੁਸੀਂ ਸਵਾਲ ਪੁੱਛਿਆ ਭਾਜੀ, ਇਹ ਕਾਫੀ ਅਹਿਮੀਅਤ ਰੱਖਦਾ। ਜੇ ਕੋਈ ਜਿੱਥੇ ਤੱਕ ਮੇਰੀ ਗੱਲ ਮਾਂ-ਬਾਪ ਸੁਣ ਰਹੇ ਨੇ ਉਹਨਾਂ ਲਈ ਜ਼ਰੂਰੀ ਹੈ ਜੀ। ਉਹ ਅਹਿਮੀਅਤ ਇਦਾਂ ਰੱਖਦਾ ਮਤਲਬ ਵੀ 90 ਤੋਂ 95% ਮੈਂ ਕਹਿ ਸਕਦਾ ਵੀ ਜਿਹੜੇ ਨਸ਼ਾ ਛਡਾਊ ਕੇਂਦਰ ਲੋਕਲ ਮੇਰੇ ਵਰਗੇ ਬੜੇ ਨਸ਼ੇੜੀਆਂ ਨੇ ਬਾਅਦ ਚੋਂ ਸੈੱਟ ਹੋਣ ਦਾ ਢੋਂਗ ਕਰਕੇ ਜਾਂ ਕਿਵੇਂ ਕਰਕੇ ਇਹ ਖੋਲੇ ਹੋਏ ਨੇ ਜਗਾੜੀ ਨਸ਼ਾ ਛਡਾਊ ਕੇਂਦਰ। ਇਹ ਇੰਨੇ ਕੁ ਘਾਤਕ ਸਿੱਧ ਹੋ ਰਹੇ ਨੇ ਜੀ ਆਪਣੇ ਸਮਾਜ ਲਈ। ਤੁਸੀਂ ਦੇਖਿਆ ਹੋਊਗਾ ਕਿਸੇ ਮੁੰਡੇ ਨੇ ਮਾਂ ਦਾ ਕਤਲ ਕਰਤਾ, ਮੰਜੇ ਤੇ ਪਿਆ ਬਾਪ ਵੱਢਤਾ। ਇਹੋ ਜਿਹੇ ਖਿਆਲਾਤ ਭਾਜੀ ਮੇਰੇ ਵੀ ਆਏ ਨੇ ਉਹ 3-3 ਮਹੀਨਿਆਂ ਦੇ ਵਿੱਚ ਜਦੋਂ ਰੱਖਿਆ ਉੱਥੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ। ਹਾਂਜੀ, ਉਹ ਨਾਮ ਕੇਵਲ ਨਸ਼ਾ ਛਡਾਊ ਕੇਂਦਰ ਹੈ ਜੀ। ਉੱਥੇ ਨਸ਼ਾ ਛਡਾਉਣਾ ਨਹੀਂ, ਨਸ਼ਾ ਵੀ ਲੱਗਣਾ ਉੱਥੇ। ਹੁਣ ਉੱਥੇ ਹਰ ਇੱਕ ਜਿਵੇਂ ਕਹਿੰਦੇ ਨਹੀਂ ਜੇਲ੍ਹ 'ਚ ਜਾਇਆ ਬੰਦਾ, ਜੇਲ੍ਹ ਯਾਤਰਾ ਕਰਿਆ ਵੀ ਹੋਰ ਕੁਛ ਸਿੱਖ ਕੇ ਆਇਆ, ਉੱਥੇ ਹਰ ਇੱਕ ਏਰੀਏ ਦਾ ਬੰਦਾ ਬੈਠਾ ਵੀ ਇੱਥੋਂ ਆਹ ਚੀਜ਼ ਮਿਲਦੀ ਹੈ, ਇੱਥੋਂ ਆਹ ਚੀਜ਼ ਮਿਲਦੀ ਹੈ। ਇੱਕ ਤਾਂ ਉਹ ਸਾਰੀ ਜਾਣਕਾਰੀ ਮੇਰੇ ਵਰਗੇ ਜਿਹਨੇ ਛੱਡਣਾ ਨਹੀਂ ਹੈਗਾ, ਜਿਹਦਾ ਲਕਸ਼ ਇਹ ਹੈ ਵੀ ਖਾਨੀ ਕਈ ਜਨਮਾਂ ਤੱਕ ਕਰੂੰਗਾ ਮੈਂ ਇਹ, ਉਹਦੇ ਲਈ ਤਾਂ ਉਹ ਸੋਨੇ ਦੀ ਖਾਣ ਹੋ ਗਈ ਉਹ ਨਸ਼ਾ ਛਡਾਊ ਕੇਂਦਰ। ਵੀ ਹਰ ਇੱਕ ਟਿਕਾਣੇ ਦਾ ਉਹਨੂੰ ਪਤਾ ਲੱਗੂਗਾ ਜੀ ਉੱਥੋਂ। ਪਹਿਲੀ ਗੱਲ ਇਹ। ਫਿਰ ਦੂਜੀ ਗੱਲ ਇਹ ਵੀ ਜਿਹੜੀ ਮੈਂ ਘਾਤਕ ਸਮਾਜ ਲਈ ਕਹਿਣਾ ਵੀ ਇੰਨਾ ਕੁ ਬੁਰਾ ਵਰਤਾਓ ਹੁੰਦਾ ਉੱਥੇ ਇਨਸਾਨ ਦੇ ਨਾਲ। ਮਤਲਬ ਜੇ ਇਕੱਲਾ ਇਨਸਾਨੀਅਤ ਨੂੰ ਲਾ ਕੇ ਦੇਖੀਏ, ਮਤਲਬ ਵੀ ਤੁਸੀਂ ਸੋਚ ਨਹੀਂ ਸਕਦੇ ਵੀ ਕਿੰਨਾ ਕੁ ਬੁਰਾ। 25 ਬੰਦਿਆਂ ਨੂੰ ਵੱਡੇ ਪਤੀਲੇ ਵਿੱਚ 1 ਕੌਲੀ ਦਾਲ ਦੀ, ਜੇ ਤੁਸੀਂ ਰੋਟੀ ਨੂੰ ਇੱਥੋਂ ਫੂਕ ਮਾਰੋ ਟੈਣਾ ਸਾਹਿਬ ਉਹ ਕੈਮਰਾ ਟੱਪ ਜੂਗੀ। ਅੱਛਾ, ਗਿਣਤੀ ਦੀ ਰੋਟੀ। ਹੁਣ ਮੇਰੇ ਵਰਗਾ 15 ਰੋਟੀਆਂ ਖਾਣ ਵਾਲਾ ਉੱਥੇ 3 ਰੋਟੀਆਂ ਮਿਲਣਗੀਆਂ, ਮੈਂ ਕੀ ਕੁਛ ਨਹੀਂ ਸੋਚੂਗਾ ਘਰਦਿਆਂ ਬਾਰੇ। ਗਲਤ। ਉਹ ਇੰਨਾ ਕੁ ਨੈਗੇਟਿਵ ਇਨਫਲੂਐਂਸ ਲੈ ਕੇ ਆਉਂਦਾ ਉਸ ਜਗ੍ਹਾ ਤੋਂ ਬੰਦਾ ਵੀ ਮਤਲਬ ਬਹੁਤ ਹਾਦਸੇ ਹੁੰਦੇ ਨੇ ਇਸ ਕਾਰਨ ਕਰਕੇ। ਤਾਂ ਸੋਚ ਸਮਝ ਕੇ ਕੋਈ ਆਥੋਰਾਈਜ਼ਡ ਬਿਲਕੁਲ ਕਾਉਂਸਲਿੰਗ ਵਗੈਰਾ ਉੱਥੇ ਵਧੀਆ ਹੁੰਦੀ ਹੋਵੇ। 1-2 ਮੇਰੇ ਜ਼ਿਹਨ 'ਚ ਵੀ ਨੇ, ਜਿਵੇਂ ਰੈੱਡ ਕਰਾਸ ਸੰਗਰੂਰ ਦਾ ਬਹੁਤ ਵਧੀਆ ਨਾਮ ਹੈ, ਡਾਕਟਰ ਮੋਹਨ ਜੀ ਨੇ ਉੱਥੇ। ਉਹਨਾਂ ਦੀ ਕਾਉਂਸਲਿੰਗ ਇੰਨੀ ਕਿ ਪਰਿਪੱਕ ਹੈ, ਮਤਲਬ ਕਾਫੀ ਹੱਦ ਤੱਕ ਬਾਹਰ ਕੱਢਣ ਵਿੱਚ ਕਾਮਯਾਬ ਹੋਏ ਨੇ ਉਹ ਲੋਕਾਂ ਨੂੰ। ਕਾਫੀ ਮੁੰਡਿਆਂ ਦਾ ਜੀਵਨ ਸੁਧਾਰਿਆ ਉਹਨਾਂ ਨੇ ਜੀ।
ਮਤਲਬ ਪੂਰੀ ਘੋਖ ਪੜਤਾਲ ਕਰਕੇ ਵੀ ਕਿਸੇ ਦੇ ਦਸਾਏ ਤੇ ਰਿਸ਼ਤੇਦਾਰ ਦੇ ਤੇ ਹੁਣ ਕੁੱਟ ਕੇ ਮਹੀਨਾ ਘਰੇ ਆ ਕੇ ਟਿਕ ਜੂਗਾ, ਫਿਰ ਮਹੀਨੇ ਬਾਅਦ ਉਹਦਾ ਡਬਲ ਹੋ ਕੇ ਨਿਕਲੂ। ਸਪਰਿੰਗ ਵਾਲਾ ਕੰਮ ਹੋ ਗਿਆ ਜੀ। ਤੁਹਾਨੂੰ ਵੀ ਕੁੱਟਦੇ ਸੀ? ਟੈਣਾ ਸਾਹਿਬ ਕਈ ਸਿਸਟਮ ਇਹੋ ਜਿਹੇ ਹੁੰਦੇ ਨੇ, ਮਤਲਬ ਉਹ ਪਹਿਲਾਂ ਤਾਂ ਘੋਖ ਪੜਤਾਲ ਕਰਦੇ ਨੇ ਬੰਦੇ ਨੂੰ ਚੱਕਣ ਤੋਂ ਪਹਿਲਾਂ, ਜਿਹੜੇ ਵੀ ਇਹਦਾ ਕਿੰਨਾ ਕੁ ਦਾਇਰਾ ਹੈ ਇਹਦੇ ਵਿੱਚ, ਨਸ਼ੇ ਦੇ ਵਿੱਚ ਜਾਂ ਬਦਮਾਸ਼ੀ ਦੇ ਵਿੱਚ ਜਾਂ ਕਿਵੇਂ ਵੀ। ਉਹ ਫਿਰ ਜਿੰਨਾ ਕੁ ਕਮਜ਼ੋਰ ਨਸ਼ੇੜੀ ਸਮਝ ਲਓ ਉਹਨਾਂ ਨੂੰ ਮਿਲਦਾ, ਉਨੀ ਜਾ ਕੇ ਉਹਦੀ ਹੋਰ ਦੁਰਦਸ਼ਾ ਹੋਣੀ ਉੱਥੇ ਜਾ ਕੇ। ਜਿਹਦਾ ਜਿਹਾ ਜਿਹਾ ਸਰਕਲ ਇੱਥੇ ਹੈਗਾ ਵੀ ਬਾਅਦ ਦੇ ਵਿੱਚ ਸਾਨੂੰ ਨਾ ਕਿਤੇ ਫੈਂਟੀ ਚੜ੍ਹਦੇ ਫੜ ਕੇ ਇਹ, ਜਦੋਂ ਛੱਡਿਆ ਆਖਰ ਨੂੰ ਸਾਰੀ ਉਮਰ ਤਾਂ ਰੱਖ ਨਹੀਂ ਸਕਦੇ, ਵੀ ਉਲਟਾ ਨਾ ਪੈ ਜਾਓ। ਸਾਰੀ ਘੋਖ ਪੜਤਾਲ ਕਰਕੇ ਉਹੋ ਜਿਹਾ ਟ੍ਰੀਟਮੈਂਟ ਦਿੰਦੇ ਨੇ ਉੱਥੇ ਬੰਦੇ ਨੂੰ, ਜਿਵੇਂ 10 ਡਾਂਗਾ ਤੋਂ 2 ਡਾਂਗਾ ਕਰ ਦੇਣਗੇ ਉਹਦੇ ਜੀ। ਤੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚੋਂ ਬਹੁਤ ਵਾਰ ਖਬਰਾਂ ਆਉਂਦੀਆਂ ਨੇ ਕਿ ਇੱਥੇ ਵੀ ਨਸ਼ਾ ਮਿਲਦਾ ਹੈ। ਕੀ ਇਹ ਗੱਲ ਸੱਚੀ ਹੈ? ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਨਸ਼ਾ ਮਿਲਦਾ? ਬਿਲਕੁਲ ਜੀ। ਮੈਂ ਖੁਦ ਘੰਟੇ ਬਾਅਦ ਸਿਗਰਟ, ਬੀੜੀ ਜਾਂ ਜਰਦਾ ਜੋ ਵੀ ਤੁਹਾਨੂੰ ਚਾਹੀਦਾ, ਫਿਰ ਜਿਹੀ ਜੀ ਤੁਹਾਡੀ ਪਰਿਵਾਰਿਕ ਹੈਸੀਅਤ ਆ ਤੁਸੀਂ ਜੁਗਾੜ ਕਰ ਪਾਉਣੇ ਉਹਨਾਂ ਤੱਕ। ਜੁਗਾੜ ਮੀਨਸ ਤੁਸੀਂ ਪੈਸੇ ਦਾ ਇੰਤਜ਼ਾਮ ਕਰ ਪਾਉਣੇ ਹੋ। ਤੁਸੀਂ ਜਿਹੜੇ ਉਹਨਾਂ ਦੇ ਅੱਗੇ ਕਰਿੰਦੇ ਰੱਖੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰੋ, ਤੁਹਾਨੂੰ ਜਿਹੜਾ ਵੀ ਨਾਮ ਲਵੋ ਉਹ ਚੀਜ਼ ਮਿਲ ਸਕਦੀ ਹੈ ਜੀ ਉੱਥੇ। ਹਰ ਤਰ੍ਹਾਂ ਦਾ ਸੌਖੇ ਤਰੀਕੇ ਨਾਲ। ਹਾਂਜੀ, ਹਰ ਤਰ੍ਹਾਂ ਦਾ ਜੀ। ਬਾਈ ਜੀ ਇਹ ਤਾਂ ਹੋ ਗਈ, ਉੱਥੋਂ ਸਰਕਲ ਹੀ ਚੱਲਦਾ ਸਮਝ ਲਓ ਇੱਕ ਤਰ੍ਹਾਂ ਜੀ। ਇੱਕ ਮੈਂ ਪਹਿਲਾਂ ਜਾਣਕਾਰੀ ਵਾਲੀ ਦੱਸੀ, ਉਹ ਤੁਹਾਨੂੰ ਟਿਕਾਣੇ ਮਿਲ ਜਾਣਗੇ, ਸਾਰਾ ਤਾਮਾ ਜਾਮਾ ਇੱਕ ਦੂਜੇ ਨਾਲ ਮਿਲਿਆ ਵਾ। ਇਦਾਂ ਦੀ ਚੀਜ਼ ਹੈ ਜੀ। ਮਤਲਬ ਨਾਮਦੇਹੀ ਨਸ਼ਾ ਛਡਾਊ ਕੇਂਦਰ ਨੇ, ਅਸਲ 'ਚ ਨਸ਼ਾ ਛੱਡਿਆ ਨਹੀਂ, ਲਵਾਇਆ ਜਾਂਦਾ। ਹੋਰ ਪੱਕਾ ਲੱਗ ਵੀ ਜਾਂਦਾ ਜੀ, ਬੰਦਾ ਲਵਾਇਆ ਵੀ ਜਾਂਦਾ ਬੰਦੇ ਨੂੰ ਪੱਕਾ। ਹੁਣ ਮੈਨੂੰ ਇੱਕ ਚੀਜ਼ ਤੋਂ, ਇੱਕ ਜਗ੍ਹਾ ਤੋਂ ਮੈਨੂੰ ਮਿਲ ਰਿਹਾ, ਉੱਥੇ ਚਲੋ ਕਿਸੇ ਕਾਰਨ ਕਰਕੇ ਮਿਲਣਾ ਬੰਦ ਹੋ ਗਿਆ, ਜਾਂ ਕੋਈ ਨਵਾਂ ਆਪਣੇ ਪ੍ਰਸ਼ਾਸਨ ਵਾਲਾ ਅਧਿਕਾਰੀਆਂ ਦੀ ਚੇਂਜ ਹੁੰਦੀ ਆ, ਫਿਰ ਉਹ ਇੱਕ ਵਾਰ ਨਾ ਦਬਦਬਾ ਬਣਦਾ ਉੱਥੇ ਆ ਕੇ, ਥੋੜਾ ਜਿਹਾ ਸ਼ੋਅ ਕੇਸ ਹੁੰਦਾ ਵੀ ਸਖਤਾਈ ਹੁੰਦੀ ਆ, ਉਹ ਬੰਦ ਹੁੰਦਾ। ਹੁਣ ਜਦੋਂ ਇੱਕ ਬੰਦ ਹੋਇਆ ਤਾਂ ਮੈਨੂੰ 10 ਹੋਰ ਦਾ ਪਤਾ ਜੀ, ਉੱਥੇ ਜਾ ਕੇ ਪਤਾ ਲੱਗਿਆ। ਫਿਰ ਤੁਸੀਂ ਖੁਦ ਦੇਖੋ ਵੀ ਮੈਨੂੰ ਉਹਦਾ ਨੁਕਸਾਨ ਹੋਇਆ ਜਾਂ ਫਾਇਦਾ ਹੋਇਆ ਉੱਥੇ ਭੇਜੇ ਦਾ। ਤੇ ਬਾਈ ਜੀ 13-14 ਸਾਲ ਤੁਸੀਂ ਰੱਜ ਕੇ ਨਸ਼ਾ ਕੀਤਾ। ਹਾਂਜੀ। ਬਹੁਤ ਕੁਝ ਆਪਦਾ ਗਵਾਇਆ, ਹਾਂਜੀ। ਅੰਗਾਂ ਤੋਂ ਲੈ ਕੇ ਦੋਸਤਾਂ ਤੱਕ। ਹਾਂਜੀ। ਪਰ ਫਿਰ ਤੁਸੀਂ ਅਚਾਨਕ ਮੋੜ ਕੱਟ ਜਾਂਦੇ ਆ, ਨਸ਼ਾ ਛੱਡ ਦਿੰਦੇ ਆ। ਹਾਂਜੀ। ਇਹ ਸਾਰਾ ਕੁਝ ਫਿਲਮੀ ਕਹਾਣੀ ਵਰਗਾ। ਇਹ ਦੱਸੋ ਵੀ ਕਿਵੇਂ ਵਾਪਰਿਆ? ਟੈਣਾ ਸਾਹਿਬ, ਸਭ ਤੋਂ ਵੱਡੀ ਗੱਲ ਤਾਂ ਮੈਂ ਵੀ ਪ੍ਰਮਾਤਮਾ ਨੂੰ ਮੈਂ ਨਸ਼ੇ 'ਚ ਵੀ ਨਹੀਂ ਭੁੱਲਿਆ ਜੀ। ਉਸ ਟਾਈਮ ਵੀ ਸ਼ਿਵ ਜੀ ਮਹਾਰਾਜ ਨੂੰ ਮੈਂ, ਤੁਸੀਂ ਲਾ ਲਓ ਵੀ ਇੱਕ ਚੀਜ਼, ਉਹ ਮੈਨੂੰ ਰੱਬ ਵੀ ਅਲੱਗ ਲੱਗਦਾ ਜੀ ਬਾਕੀ ਰੱਬਾਂ ਨਾਲੋਂ। ਉਹ ਕਿਵੇਂ? ਉਹਦੇ ਲਈ ਚੰਗਾ ਵੀ ਉਨੀ ਅਹਿਮੀਅਤ ਰੱਖਦਾ, ਜੇ ਮਾੜਾ ਉਹਨੂੰ ਚੰਗਾ ਕੰਮ ਕਰਕੇ ਦਿਖਾਵੇ ਉਹ ਵੀ ਉਨੀ ਅਹਿਮੀਅਤ ਰੱਖਦਾ। ਉਹ ਸੁਰ ਜੇ ਆਪਾਂ ਕਈ ਨਾਟਕ ਦੇਖਦੇ ਆ ਵੀ ਅਸੁਰ ਵੀ ਕਈ ਥੋੜਾ ਟਾਈਮ ਭਗਤੀ ਕਰਦੇ ਨੇ, ਉਹਦੀ ਉਹਨਾਂ ਨੂੰ ਵੀ ਵਰਦਾਨ ਹੋ ਜਦੀ ਅੱਖਾਂ ਮੀਚ ਕੇ ਦਿੰਦਾ ਵੀ ਨਹੀਂ ਇਹਨੇ ਇੰਨਾ ਟਾਈਮ ਆਹ ਕੰਮ ਸਹੀ ਕੀਤਾ, ਇਹਨੂੰ ਦਿਓ ਇਸ ਚੀਜ਼ ਦਾ। ਇਸ ਪੱਖੋਂ ਵੀ ਮੈਂ ਆਪਣੇ ਆਪ ਨੂੰ ਮਾੜਾ ਵੀ ਸਮਝ ਕੇ ਮੈਨੂੰ ਅਟੈਚਮੈਂਟ ਵਾਂਗੂ ਸੀਗਾ ਜੀ ਉਹਨਾਂ ਨਾਲ। ਉਹ ਮੈਂ ਮੰਨਦਾ ਵੀ ਰੂਹਾਨੀ ਤੌਰ ਤੇ ਉਹਨਾਂ ਨੂੰ ਮੰਨਦਾ ਮੈਂ ਜੀ। ਤੇ ਜਿਹੜਾ ਤੁਸੀਂ ਯੂ ਟਰਨ ਦੀ ਗੱਲ ਕਹੀ ਹੈ ਭਾਜੀ, ਵੀ ਬਿਲਕੁਲ ਮੈਂ ਤੈਰੀਆਂ ਖਾ ਰਿਹਾ ਸੀਗਾ ਇਸ ਦਰਿਆ ਦੇ ਵਿੱਚ, ਮੇਰੇ ਨੇੜੇ ਤੇੜੇ ਵੀ ਨਹੀਂ ਸੀਗੀ ਇਹ ਗੱਲ ਵੀ ਮੈਂ ਕਿਤੇ ਛੱਡ ਛਡਾ ਕੇ ਵੀ ਅੱਜ ਤੁਹਾਡੇ ਸਾਹਮਣੇ ਬੈਠਾ ਜਾਂ ਸਮਾਜ ਦੇ ਵਿੱਚ ਦੁਬਾਰੋਂ ਸਿਰ ਉੱਚਾ ਕਰ ਸਕੂੰਗਾ। ਇਸ ਪੱਖੋਂ ਇਹੀ ਜੀ ਕੋਈ ਵੀ ਨੇੜੇ ਤੇੜੇ ਕਹਾਣੀ ਨਹੀਂ ਸੀਗੀ ਜੀ। ਪਰ ਮੈਂ ਸਮਝਦਾ ਵੀ ਪ੍ਰਮਾਤਮਾ ਨੇ ਮੇਰੇ ਤੇ ਬਹੁਤ ਵੱਡੀ ਮਿਹਰ ਕਰੀ ਜੀ। 2008 ਦੇ ਵਿੱਚ ਜੈਸਮੀਨ ਗੁੜੀਆ ਦਾ ਨਾਮ ਹੈ, ਮੈਂ ਖੁਦ ਹੀ ਨਾਮ ਰੱਖਿਆ ਜੀ ਉਹਦਾ। 19 ਜਨਵਰੀ 2008 ਦੇ ਵਿੱਚ ਉਹਦਾ ਜਨਮ ਹੋਇਆ ਜੀ। ਮੇਰਾ 26 ਜਨਵਰੀ, ਇੱਕ ਹਫ਼ਤੇ ਦਾ ਫਰਕ ਹੈ। VIP ਡੇਟ ਆ ਟੈਣਾ ਸਾਹਿਬ ਮੇਰੀ ਵੀ 26 ਜਨਵਰੀ ਤੇ ਇੱਕ ਹਫ਼ਤੇ ਦਾ ਫਰਕ ਆ ਸਾਡਾ ਬਰਥਡੇ ਆਉਣ ਦੇ ਵਿੱਚ। ਤੇ ਉਹਦਾ ਜਨਮ ਹੋਇਆ ਟੈਣਾ ਸਾਹਿਬ, ਤੇ ਮੇਰੇ ਸਹੁਰੇ ਵੀ ਨੇੜੇ ਸੀਗੇ ਟਿਕਾਣਿਆਂ ਦੇ ਜਿੱਥੋਂ ਸਾਰਾ ਸਮਾਨ ਵਗੈਰਾ ਮਿਲਦਾ ਸੀਗਾ। ਮੇਰੇ ਹਰਿਆਣੇ 'ਚ ਨੇ ਸਹੁਰੇ, ਅੰਬਾਲੇ ਦੇ ਕੋਲੋਂ। ਜਦੋਂ ਵਧਾਈਆਂ ਦੇ ਸਾਰੇ ਪੈਸੇ ਪੂਸੇ ਇਕੱਠੇ ਹੋ ਗਏ, ਵਧੀਆ 5-7 ਹਜ਼ਾਰ, ਹਾਂ ਗੁੜੀਆ ਹੋਣ ਤੇ 5-7 ਹਜ਼ਾਰ ਹੋ ਗਿਆ। ਮੈਂ ਆਪਣਾ ਲਾਇਆ, ਬਣਾਈ ਸਕੀਮ ਉਹੀ ਜਿਹੜਾ ਤੁਹਾਨੂੰ ਵੀ ਜੁਗਾੜ ਲਾਇਆ ਵੀ ਹੁਣ ਮੈਂ ਇੱਥੋਂ ਜਾਣਾ ਜੀ, ਉਹ ਬਣਾਇਆ ਮਾਹੌਲ। ਉਹ ਪੈਸੇ ਇਕੱਠੇ ਕਰਕੇ ਮੈਂ ਆਪਣੇ ਟਿਕਾਣੇ ਤੋਂ ਖਰੀਦਿਆ ਸਮਾਨ। ਉਸ ਟਾਈਮ ਮੈਂ ਤੁਹਾਨੂੰ ਥੋੜਾ ਹੋਰ ਦੱਸਾਂ ਵੀ ਕੰਬੀਨੇਸ਼ਨ ਹੋ ਚੁੱਕਿਆ ਸੀਗਾ। ਇੱਕ ਨਸ਼ੇੜੀ ਹੋਰ ਗਾਹਾਂ ਵਧੀ ਜਾਂਦਾ ਵੀ, ਮਤਲਬ ਮੈਂ ਸਮੈਕ ਵੀ ਲੈਣੀ ਨਾਲ 300-400 ਦੀ, ਕੋਰੈਕਸ ਵਗੈਰਾ ਜਿਹੜੀ ਕਫ ਸਿਰਪ ਆਉਂਦੀ ਹੈ, ਤੇ ਸੁਲਫਾ, ਇਹ ਤਿੰਨਾਂ ਦਾ ਕੰਬੀਨੇਸ਼ਨ ਕਰਦਾ ਸੀਗਾ। ਸਾਰਾ ਸਮਾਨ ਲੈ ਕੇ ਮੈਂ ਆ ਕੇ ਇੱਕ ਜਗ੍ਹਾ ਦੇ ਉੱਤੇ ਬੈਠ ਕੇ, ਜਿੱਥੇ ਪਰਮਾਨੈਂਟ ਲਾਉਂਦਾ ਸੀਗਾ, ਪਿੰਡ ਦੇ ਨੇੜੇ ਬਾਹਰ ਇੱਕ ਕਲੋਨੀ ਕੱਟੀ ਹੋਈ ਸੀਗੀ। ਉਹਦਾ ਕਮਰਾ ਜਿਵੇਂ ਨਹੀਂ ਕਰਿੰਦਾ ਰਹਿਣ ਲੱਗ ਜਾਂਦਾ ਪਹਿਲਾਂ ਹੀ, ਇੱਕ ਉਹ ਕਮਰਾ ਸੀਗਾ। ਤੇ ਹਨੇਰਾ ਕਾਫੀ, ਹਨੇਰੀ ਰਾਤ ਸੀਗੀ। ਮਤਲਬ ਪਲਟੀਨਾ ਮੋਟਰਸਾਈਕਲ ਦੇ ਇੰਡੀਕੇਟਰ ਦੀ ਲਾਈਟ ਦੇ ਉੱਤੇ ਮੈਂ ਜਦੋਂ ਜਗਦੀ ਸੀਗੀ, ਮਤਲਬ ਉਦੋਂ ਮੈਂ ਥੋੜਾ ਜਿਹਾ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਵੀ ਚਾਨਣਾ ਜਦੋਂ ਹੁੰਦਾ ਸੀਗਾ ਇੰਡੀਕੇਟਰ ਦਾ। ਤੇ ਤੁਸੀਂ ਉਹਨੂੰ ਇਲਾਹੀ ਆਵਾਜ਼ ਕਹੋ ਜਾਂ ਕਿਵੇਂ ਵੀ ਕਹੋ, ਵੀ ਮੇਰੇ ਦਿਮਾਗ ਤੇ ਇੱਕਦਮ ਝਟਕਾ ਪਿਆ ਕਰਦੇ ਨੂੰ ਵੀ ਭਰਪੂਰ ਸਿਆਂ ਵੀ ਜਿਵੇਂ ਸਮਾਜਿਕ ਗੱਲ ਹੁੰਦੀ ਹੈ ਵੀ ਕੁੜੀ ਦੇ ਜਨਮ ਤੋਂ ਬਾਅਦ ਇੱਕ ਕਬੀਲਦਾਰੀ ਆ ਜਾਂਦੀ ਹੈ ਬੰਦੇ ਦੇ ਸਿਰ ਤੇ।
ਵੀ ਹੁਣ ਤੂੰ ਇੱਕ ਕੁੜੀ ਦਾ ਪਿਓ ਬਣ ਗਿਆ, ਵੀ ਹੁਣ ਕਿੰਨੇ ਕ ਮਜ਼ੇ ਕਰ ਲੇਗਾ, ਤੈਨੂੰ ਕਿਤੇ ਨਾ ਕਿਤੇ ਦਾ ਮੋੜਾ ਪਾਉਣਾ ਹੀ ਪਊਗਾ। ਉਹ ਇੰਨੀ ਕਿ ਜ਼ੋਰ ਦੀ ਸੱਟ ਵੱਜੀ, ਮਤਲਬ ਉਹ 4-5 ਹਜ਼ਾਰ ਦਾ ਸਮਾਨ ਮੈਂ ਸਮਝੋ ਵੀ ਉੱਥੇ ਹੀ ਛੱਡਿਆ ਇੱਕਦਮ। ਉਹ ਛੱਡ ਕੇ ਜੀ ਫਿਰ ਦੂਜਾ ਕ੍ਰੈਡਿਟ ਜਿਹੜਾ ਸਭ ਤੋਂ ਵੱਧ ਮੈਂ ਦੇਣਾ ਚਾਹੁੰਦਾ ਵੀ ਮੇਰੀ ਪਤਨੀ ਹੈ ਜੀ। ਉਹ ਸੰਘਰਸ਼ਮਈ ਜੀਵਨ ਰਿਹਾ, ਵੀ ਪਹਿਲਾਂ ਤੋਂ ਹੀ ਪੋਲੀਓ ਦੇ ਵਿੱਚ ਸੀਗੇ, ਪਰ ਉਹ ਮਾਂ ਦੀ ਧੀ ਨੇ, ਤੁਸੀਂ ਕਦੇ ਮੌਕਾ ਲੱਗਿਆ ਉਹਨਾਂ ਤੋਂ ਵੀ ਪੁੱਛਿਓ, ਉਹ ਕਹਿੰਦੀ ਮੈਂ ਜਾਣਾ ਤਾਂ ਸੁਧਾਰ ਕੀ ਛੱਡਣਾ, ਨਹੀਂ ਛੱਡਣਾ ਹੀ ਨਹੀਂ। ਇਹ ਉਹਨੇ ਵੀ ਕਸਮ ਖਾਧੀ ਹੋਈ ਸੀਗੀ। ਮਤਲਬ ਉਹਨੇ ਲਾ ਲਓ ਵੀ 6 ਤੋਂ ਬਾਅਦ 13 ਤੱਕ ਉਹਨੇ ਮੇਰੇ ਨਾਲ ਸੰਘਰਸ਼ ਕੀਤਾ। ਉਹ 8 ਤੋਂ ਬਾਅਦ ਟਹਿਣਾ ਸਾਹਿਬ ਜਾਣੀ ਮੇਨ ਬ੍ਰੇਕ ਉੱਥੇ ਆ ਗਈ, ਯੂ ਟਰਨ। 8 ਤੋਂ ਬਾਅਦ 13 ਤੱਕ ਫਿਰ ਮੈਂ ਜਾਣੀ ਕਦੇ ਕੋਈ ਮਿਲ ਗਿਆ, ਕੋਈ ਕਰ ਗਿਆ, ਕੋਈ ਯਾਰ ਦੋਸਤ ਮਿਲ ਗਿਆ, ਜਾਣੀ ਸਪੀਡ ਬ੍ਰੇਕਰ ਆਉਂਦੇ ਰਹੇ ਮੇਰੇ ਉਹ ਨਸ਼ਾ ਕਰਨ ਦੇ ਵਿੱਚ। ਬ੍ਰੇਕਾਂ ਉੱਥੇ ਲੱਗ ਗਈਆਂ, ਫਿਰ ਹੌਲੀ ਹੌਲੀ ਗੱਡੀ ਰੁਕਦੀ 13 ਤੱਕ ਰੁਕੀ। ਫਿਰ ਵੀ 8 ਤੋਂ 5 ਸਾਲ ਹੋ ਗਏ। ਉਹ ਵੀ ਕਾਫੀ ਵੱਡਾ ਵਕਫ ਹੈ। ਮੈਂ ਜਾਣੀ ਇੱਕ ਚੀਜ਼ ਨੂੰ ਜੋੜਦਾ ਤਾਂ ਹੈਗਾ ਬੇਟੀ ਦੇ ਜਨਮ ਨਾਲ, ਪਰ ਉਹ 5 ਸਾਲ ਬਹੁਤ ਔਖੇ ਸੀਗੇ, ਉਹ ਵੀ ਪਰਿਵਾਰ ਲਈ ਵੀ, ਘਰ ਵਾਲੀ ਲਈ ਵੀ। ਪਰ 13 ਦੇ ਵਿੱਚ ਹੋ ਗਈ ਉਹ ਭੀਸ਼ਮ ਪ੍ਰਤੀਗਿਆ ਜੀ। ਵੀ 13 ਤੋਂ ਬਾਅਦ ਫਿਰ ਤਾਂ ਚਾਹੇ ਮੂਹਰੇ ਕੋਈ ਟੋਕਰਾ ਰੱਖ ਦੇ, ਕੋਈ ਗਲਾਸ ਰੱਖ ਦੇ, ਵੀ ਉਸ ਤੋਂ ਬਾਅਦ ਤੁਸੀਂ ਨਾ ਸਮੈਕ, ਨਹੀਂ ਜੀ, ਨਾ ਕੋਈ ਚਿੱਟਾ, ਨਾ ਕੋਈ ਸਿਗਰਟ, ਨਾ ਬੀੜੀ, ਨਾ ਸੁਲਫਾ, ਕੁਝ ਵੀ ਨਹੀਂ? ਨਹੀਂ ਜੀ, ਇੱਕਦਮ ਬਿਲਕੁਲ। ਆਪਣੇ ਦਾਰੂ ਵੀ ਨਹੀਂ ਪੀਂਦੇ? ਦਾਰੂ ਟਹਿਣਾ ਸਾਹਿਬ ਜਾਣੀ ਇੱਕ ਟੇਸਟ ਹੁੰਦਾ ਜਿਵੇਂ ਬੰਦੇ ਦਾ, ਉਹ ਸ਼ੁਰੂ ਤੋਂ ਹੀ ਨਹੀਂ ਰਿਹਾ ਹੈਗਾ। ਮਤਲਬ ਦੂਆ ਹੀ ਡਰੱਗ ਰਹੀ ਸੀਗੀ ਜ਼ਿਆਦਾਤਰ। ਇਹ ਸੀਗਾ ਕਿਤੇ ਵੀ ਸਾਲ 6 ਮਹੀਨੇ ਦੇ ਵਿੱਚ ਇੱਕ ਅੱਧੀ ਵਾਰੀ ਕਿਤੇ ਕਰ ਲੈਣਾ। ਉਹ ਵੀ ਕੀ ਹੋਇਆ, ਜਿਹੜੀਆਂ 17 ਵਾਲੀਆਂ ਚੋਣਾਂ ਲੰਘੀਆਂ ਸਰਪੰਚੀ ਦੀਆਂ, ਮਤਲਬ ਜਦੋਂ ਇਹ ਚੋਣਾਂ ਲੰਘੀਆਂ ਸ਼ਾਮ ਨੂੰ ਦੋਸਤਾਂ ਦੇ ਨਾਲ ਮਤਲਬ ਕਰਨ ਲੱਗੇ। ਆਪਣੇ ਪਾਸੇ ਵਾਲਾ ਸਰਪੰਚ ਜਿੱਤਿਆ ਸੀਗਾ। ਉਹ ਸਵੇਰੇ 10 ਵਜੇ ਮੈਂ ਜਦੋਂ ਘਰੋਂ ਉੱਠਿਆ, ਭੈਣ ਨੇ ਠਾਇਆ, ਮੇਰੀ ਭੈਣ ਆਈ ਹੋਈ ਸੀਗੀ ਘਰੇ, ਕਹਿੰਦੀ ਵੀਰੇ ਬਾਹਰ ਪੁਲਿਸ ਖੜੀ ਆ, ਤੈਨੂੰ ਲੈਣ ਆਈ ਆ। ਮੈਂ ਇੱਕਦਮ ਹੱਕਾ ਬੱਕਾ ਵੀ ਹੁਣ ਤਾਂ ਮੇਰਾ ਕੋਈ ਇਹੋ ਜਿਹਾ ਕੰਮ ਵੀ ਨਹੀਂ ਹੈਗਾ ਜਿਹੜਾ ਮੈਂ ਕਰਦਾ ਹੁੰਦਾ ਸੀਗਾ, ਵੀ ਪੁਲਿਸ ਮੇਰੇ ਬਾਰ ਦੇ ਉੱਤੇ ਕਿਵੇਂ ਆ ਗਈ ਇੰਨੇ ਉਹ ਟਾਈਮ ਬਾਅਦ ਜੀ। ਤਾਂ ਜਦੋਂ ਬਾਹਰ ਨਿਕਲੇ ਪਤਾ ਲੱਗਿਆ, ਉਹ ਜਾਣੀ ਨਾਲ ਦੇ ਜਿਹੜੇ ਹਾਰੇ ਸੀਗੇ ਉਹਨਾਂ ਨੇ ਜਾਣੀ ਇਲਜ਼ਾਮਬਾਜ਼ੀ 4-5 ਜਣੇ ਦੇ ਵਿੱਚ ਮੇਰਾ ਜਿਵੇਂ ਆਟੇ ਨਾਲ ਪਲੇਥਨ ਲਾਉਣਾ ਹੁੰਦਾ, ਵੀ ਹੁਣ ਇਹ ਬੰਦਾ ਕਈ ਜ਼ਿਆਦਾਤਰ ਮੈਂ ਸਮਾਜ ਨੂੰ ਮਾੜਾ ਨਹੀਂ ਕਹਿੰਦਾ, ਵੀ ਚੰਗਾ ਹੀ ਚੰਗਾ, ਸਮਾਜ ਆਪਣਾ ਹੀ ਹਿੱਸਾ ਜੀ। ਵੀ ਵਿੱਚ ਫਿਰ ਵੀ ਹੁੰਦਾ ਕੋਈ ਲੱਤ ਖਿੱਚਣ ਵਾਲਾ, ਉਹ ਕਹਿੰਦਾ ਹਾਂ ਜੀ ਹਾਂ, ਦੇਖਣਾ ਨਹੀਂ ਚਾਹੀਦਾ। ਹਾਂ ਜੀ ਹਾਂ। ਇਹ ਵੀ ਇੱਕ ਕਿੱਸਾ ਜੋੜੂਗਾ ਮੈਂ ਆਨਸਰ ਪੂਰਾ ਕਰਨ ਤੋਂ ਬਾਅਦ ਜੀ। ਮਤਲਬ ਉਹ ਮੇਰਾ ਨਾਮ ਵੀ ਵਿੱਚ ਵੀ ਇਹਨਾਂ ਨੇ ਸਾਨੂੰ ਹੱਥ ਪਾਉਣ ਤੱਕ ਲੇਡੀਜ਼ ਦੇ ਗਏ, ਦਾਰੂ ਪੀ ਕੇ, ਇਦਾਂ ਦਾ ਜਾਣੀ ਝੂਠਾ ਪਰਚਾ ਹੋਇਆ ਮੇਰੇ ਤੇ ਬਸ ਉਸ ਤੋਂ ਬਾਅਦ ਫਿਰ ਟਹਿਣਾ ਸਾਹਿਬ ਦਾਰੂ ਨੂੰ ਵੀ ਸਤਿ ਸ੍ਰੀ ਅਕਾਲ ਭੀਸ਼ਮ ਪ੍ਰਤੀਗਿਆ ਕਰਤੀ। ਉਹ ਦੇਣਾ ਤੇ ਅੱਜ ਦਾ ਦੇਣਾ। ਉਹ ਦਾਰੂ ਕਿੱਸਾ ਕੀ ਸੀ ਜਿਹੜਾ ਵੀ ਲਾਉਣੇ ਵਾਲਾ ਸਮਾਜ ਦਾ, ਤੁਸੀਂ ਸੋਚ ਨਹੀਂ ਸਕਦੇ ਵੀ ਤੁਸੀਂ, ਮੈਂ ਮਾਂ-ਬਾਪ ਨੂੰ ਵੀ ਕਹਿਣਾ ਵੀ ਬਹੁਤ ਇਹਤਿਆਤ ਵਰਤਣ ਦੀ ਜ਼ਰੂਰਤ ਹੈ। ਵੀ ਬੁੱਕਲ ਦੇ ਸੱਪ ਵੀ ਬਹੁਤ ਨੇ ਜੀ। ਇਹੋ ਜਿਹੇ ਬੰਦਿਆਂ ਨੇ ਮੇਰੇ ਤੱਕ ਬਾਅਦ ਦੇ ਵਿੱਚੋਂ ਸਮੈਕ, ਅਫੀਮ, ਗਾਂਜਾ ਪਹੁੰਚਾਉਣ ਦੀ ਆਫਰ ਕੀਤੀ ਹੈ ਸਿੱਧੇ। ਜੇ ਮੈਂ ਉਹ ਅੱਜ ਵੀ ਪਰਿਵਾਰ ਨੂੰ ਦੱਸਦਾ ਵੀ ਆਹ ਬੰਦਾ ਦੀ, ਤਾਂ ਉੱਥੇ ਪਵਾੜੇ ਪੈ ਜਾਣਗੇ। ਮੈਂ ਤੁਹਾਨੂੰ ਕਹਿ ਕੇ ਹਟਿਆ ਪਹਿਲਾਂ ਵੀ ਕੁਛ ਗੱਲਾਂ ਚਾਹ ਕੇ ਵੀ ਨਹੀਂ ਦੱਸੀਆਂ ਜਾਂਦੀਆਂ, ਕੁਛ ਗੱਲਾਂ ਚਾਹ ਕੇ ਪੁੱਛੀਆਂ ਵੀ ਨਹੀਂ ਜਾਂਦੀਆਂ, ਉਹਨਾਂ ਨਾਲ ਹੀ ਹੈ। ਮਤਲਬ ਜੇ ਮੈਂ ਅੱਜ ਵੀ ਉਹ ਬੰਦੇ ਦਾ ਨਾਮ ਲੈਦਾ ਕਿਸੇ ਨੂੰ ਪਰਿਵਾਰ ਕੋਲੇ ਵੀ ਆਹ ਫਲਾਣੇ ਬੰਦੇ ਨੇ ਮੈਨੂੰ ਇੰਨੀ 250 ਗ੍ਰਾਮ ਫੀਮ ਫੜਾਤੀ ਸੀਗੀ ਲਿਆ ਕੇ, ਜਦੋਂ ਮੈਂ ਦੁਕਾਨ ਦੇ ਉੱਤੇ ਬੈਠਾ ਸੀਗਾ ਜਾਂ ਕਿਵੇਂ ਵੀ ਕਰਦਾ ਸੀਗਾ। ਉਹ ਤੁਸੀਂ ਸਮਝ ਲਓ ਰਿਸ਼ਤੇਦਾਰੀਆਂ ਟੁੱਟਣ ਵਾਲਾ ਤੱਕ ਕੰਮ ਹੋ ਸਕਦਾ। ਇਹ ਉਹ ਲੱਤ ਖਿੱਚਣ ਵਾਲੇ ਸਿਸਟਮ ਹੋ ਗਿਆ ਵਿੱਚ। ਕਈਆਂ ਨੂੰ ਆਸ ਹੁੰਦੀ ਆ ਨਾ ਵੀ ਹੁਣ ਇਹ ਜਾ ਰਿਹਾ, ਜ਼ਮੀਨ ਗਈ, ਆ ਘਰ ਵੀ ਘੱਟ ਹਿੱਸੇ ਘੱਟ ਉਹ ਤੇ ਮਿਲ ਜੂਗਾ। ਡੁੱਬਦੀ ਚ ਵੱਟੇ ਪਾਉਣੇ ਵਾਲੇ ਵੀ ਹੁੰਦੇ ਨੇ ਜੀ। ਬਚਾਉਣੇ ਵਾਲਾ ਵੀ ਪਰਮਾਤਮਾ, ਸਮਾਜ ਵੀ ਹੈ, ਡੁੱਬਦੀ ਚ ਪਾਉਣੇ ਵਾਲੇ ਵੀ ਹੁੰਦੇ ਨੇ। ਵੀ ਦੋਹੇ ਪਾਸੇ ਚੱਲਦਾ ਕੰਮ ਜੀ। ਬਾਈ ਜੀ ਹੁਣ ਤੁਸੀਂ ਨਸ਼ਾ ਜਦੋਂ ਛੱਡਤਾ, ਹਾਂਜੀ, ਤੇ ਹੁਣ ਤੁਸੀਂ ਸਮਾਜ ਸੇਵਾ ਦੇ ਖੇਤਰ 'ਚ ਆ ਗਏ। ਹਾਂਜੀ, ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜੋ ਤਾਂ ਵਕਫੇ ਤੋਂ ਪਹਿਲਾਂ ਸੀ ਭਰਪੂਰ ਸਿੰਘ, ਉਹੋ ਜਿਹਾ ਕੋਈ ਨਾ ਬਣਿਓ, ਤੇ ਵਕਫੇ ਤੋਂ ਬਾਅਦ ਵਾਲਾ ਭਰਪੂਰ ਸਿੰਘ ਹਰ ਕੋਈ ਬਣਿਓ। ਬਿਲਕੁਲ ਸਹੀ, ਤੇ ਭਰਪੂਰ ਸਿੰਘ ਹੁਣ ਬੂਟੇ ਲਵਾਉਣ ਦਾ ਕੰਮ ਕਰਦਾ। ਭਰਪੂਰ ਸਿੰਘ ਹੁਣ ਸਮਾਜ ਸੇਵੀ ਦੇ ਤੌਰ ਤੇ ਵਿਚਰਦਾ। ਇਹਦੇ ਬਾਰੇ ਵੀ ਜਾਣਕਾਰੀ ਦਿਓ। ਜ਼ਰੂਰ ਟੈਨਾ ਸਾਹਿਬ, ਪਹਿਲਾਂ ਤਾਂ ਬਹੁਤ ਧੰਨਵਾਦ, ਤੁਸੀਂ ਮੇਰਾ ਪਾਸਟ ਦਾ ਵੀ ਇੱਕ ਐਂਡ ਕੀਤਾ ਦੱਸਣ ਦੇ ਵਿੱਚ ਵੀ, ਮੈਨੂੰ ਦੱਸਣ ਸਕਣ ਦੇ ਵਿੱਚ ਵੀ। ਤੇ ਹਾਂ, ਜਿਹੜਾ ਮੈਂ ਪ੍ਰੈਜੈਂਟ ਮਤਲਬ ਮੇਰੇ ਗੁਰੂ ਜੀ ਨੇ, ਉਹਨਾਂ ਨੇ ਵੀ ਮੈਨੂੰ ਕਿਹਾ ਵੀ ਉਹ ਆਪਣਾ ਚੋਗਾ ਬਦਲ ਤੂੰ ਹੁਣ, ਵੀ ਤੇਰੀ ਪਛਾਣ ਇਹ ਬਣਨੀ ਚਾਹੀਦੀ ਹੈ ਵੀ ਤੂੰ ਅੱਜ ਕੀ ਕਰ ਰਿਹਾ। ਜਿਵੇਂ ਸਵਾਲ ਹੋਊਗਾ ਉਦੋਂ ਤੂੰ ਜ਼ਰੂਰ ਉੱਤਰ ਦੇ ਜੀ, ਵੀ ਤੇਰੀ ਪਛਾਣ ਪਰ ਬਣਨੀ ਹੁਣ ਇਹ ਚਾਹੀਦੀ ਹੈ। ਜਿਵੇਂ ਮਿੰਟੂ ਭਾਜੀ ਦੀ ਮੈਂ ਉਦਾਹਰਨ ਦਿੰਦਾ, ਵੀ ਉਹਨਾਂ ਨੂੰ ਦੇਖ ਕੇ ਸਾਡੀ ਵੀ ਹਿੰਮਤ ਪਈ ਹੈ ਅੱਗੇ ਬੋਲਣ ਦੀ ਜਾਂ ਦੱਸਣ ਦੀ, ਵੀ ਉਹਨਾਂ ਦੀ ਪਛਾਣ ਹੁਣ ਇਹ ਹੈ ਵੀ ਵਧੀਆ। ਹੁਣ ਟਹਿਣਾ ਸਾਹਿਬ ਦੀ ਪਛਾਣ ਲਾ ਲਓ, ਹੁਣ ਪੁਰਾਣਾ ਤਾਂ ਕੋਈ ਜਾਣਦਾ ਨਹੀਂ ਇਹਨਾਂ ਨੂੰ, ਐਂ ਹੈ ਵੀ ਵਧੀਆ ਪੱਤਰਕਾਰ। ਹੁਣ ਮਿੰਟੂ ਭਾਜੀ ਦੀ ਵੀ ਇਹੀ ਨਾਮ ਹੁੰਦਾ ਹੈ ਨਾ, ਵੀ ਵਧੀਆ ਲਿਖਦੇ ਨੇ, ਵਧੀਆ ਉਹ ਕਰਦੇ ਨੇ, ਵੀ ਤੇਰੀ ਅੱਜ ਦੀ ਪਛਾਣ ਹੋਣੀ ਚਾਹੀਦੀ ਆ। ਤੇ ਮੈਂ ਪਰਮਾਤਮਾ ਦਾ ਵੀ ਸ਼ੁਕਰਗੁਜ਼ਾਰ ਹਾਂ ਇਸ ਚੀਜ਼ ਦੇ ਵਿੱਚ। ਭਾਜੀ ਮੈਂ 2015 ਤੋਂ
ਥੋੜਾ ਜਿਹਾ ਸੋਚਿਆ ਜਦ 13 ਤੋਂ ਬਾਅਦ ਥੋੜੇ ਬੱਚੀ ਹੋ ਗਈ, ਖਰਚੇ ਵਧੇ, ਜ਼ਮੀਨਾਂ ਵਿਕ ਚੁੱਕੀਆਂ ਸੀਗੀਆਂ, ਰੋਟੀ ਪਾਣੀ ਪੂਰਾ ਚੱਲ ਰਿਹਾ ਸੀਗਾ। ਕਰਿਆਨੇ ਦੀ ਦੁਕਾਨ ਕਰੀ, ਉਹ ਤੋਂ ਦਿਹਾੜੀ 100-200 ਵੱਜ ਜਾਣਾ। ਇੰਨੀ ਪੂੰਜੀ ਲਾਉਣ ਨੂੰ ਨਹੀਂ ਸੀਗੀ ਵੀ ਲਾ ਕੇ ਬਚ ਜੇ, ਹੋਰ ਜਿੰਨੀ ਕਰਿਆਨਾ ਤਾਂ ਹੈਗਾ ਵੀ ਜਿੰਨੀ ਪਾਵਾਂਗੇ ਉਨਾ ਬਚੂਗਾ। ਉਹ ਪਾਉਣ ਜੋਗੀ ਪੂੰਜੀ ਜਾਣੀ ਫੀਸਾਂ ਫੂਸਾਂ 'ਚ ਲੱਗਣ ਲੱਗੀ ਗੁੜੀਆ ਦੇ। ਤੇ ਸਭ ਤੋਂ ਪਹਿਲਾਂ ਮੈਂ ਕਿਹਾ ਵੀ ਨਿਕਲਣਾ ਪਊਗਾ ਭਰਪੂਰ ਸਿੰਘਾਂ, ਵੀ ਸ਼ਰਮ ਛੱਡ ਕੇ, ਕੋਈ ਜੱਟਾਂ ਵਾਲੀ ਕੋਈ ਆਦੇ ਵਾਲੀ, ਵੀ ਨਿਕਲਣਾ ਪਊਗਾ ਤੈਨੂੰ ਬਾਹਰ। ਤੇ ਤੁਸੀਂ ਯਕੀਨ ਮੰਨਿਓ, ਮੈਂ ਚੌਂਕੀਦਾਰ ਦੀ ਨੌਕਰੀ ਸ਼ੁਰੂ ਕਰਤੀ ਜੀ 5400 ਰੁਪਏ ਦੇ ਵਿੱਚ, ਲੁੱਕ ਪਲਾਂਟ ਦੇ ਉੱਤੇ। ਕਿਹੜੀ ਜਗ੍ਹਾ? ਮੇਰੇ ਪਿੰਡ ਦੇ ਨੇੜੇ ਲੁੱਕ ਪਲਾਂਟ ਸੀਗਾ ਜੀ, ਬਖਸ਼ੀਵਾਲ, ਭਾਰਸੋਂ ਰੋਡ ਦੇ ਉੱਤੇ। ਉੱਥੇ ਮਰਜ਼ੀ ਦਿੱਤੀ ਵੀ ਮੈਂ ਕਰਨੀ ਚਾਹੁੰਦਾ। ਉਹਨਾਂ ਨੇ ਜਾਣੀ ਬਾਂਹ ਦੇ ਕਰਕੇ ਦਿਨ ਦੀ ਤਾਂ ਨਹੀਂ ਦਿੱਤੀ, ਰਾਤ ਦੀ ਦੇਤੀ। ਤੇ ਮੈਂ ਕੋਈ 5-4 ਘੰਟੇ ਦੁਕਾਨ ਤੇ ਲਾਉਣੇ, ਜਿੰਨਾ ਕੁ ਜਾਗ ਸਕਦਾ ਸੀਗਾ, ਫਿਰ ਰਾਤ ਨੂੰ ਉੱਥੇ ਦੇਣੀ ਡਿਊਟੀ। ਥੋੜਾ ਜਿਹਾ ਸਰਕਲ ਵਧਿਆ ਤੇ ਮੈਂ ਇਸੇ ਜੱਦੋ ਜਹਿਦ ਦੇ ਵਿੱਚ, ਮਤਲਬ ਇੱਕ ਦੋਸਤ ਸੀਗਾ ਮੇਰਾ PhD ਆ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ, ਹੁਣ ਆਦਰਸ਼ਪ੍ਰੀਤ ਸਿੰਘ ਡਿਊਟੀ ਕਰ ਰਿਹਾ। ਉਹਨਾਂ ਕੋਲੇ ਗਿਆ ਵੀ ਮੈਨੂੰ ਤੁਸੀਂ ਕੋਈ ਰਾਹ ਦਸੇਰਾ ਬਣ ਸਕਦੇ ਹੋ, ਵੀ ਮੈਂ ਕੋਈ ਇਹੋ ਜਿਹੀ ਸਟੱਡੀ ਕਰਨਾ ਚਾਹੁੰਦਾ ਵੀ ਜਿਹਦੇ ਨਾਲ ਮੇਰਾ ਜੀਵਨ ਨਿਰਵਾਹ ਵੀ ਚੱਲਦਾ ਰਹੇ ਤੇ ਮੇਰੀ ਉਮਰ ਵੀ ਆੜੇ ਨਾ ਆਵੇ। ਤਾਂ ਉਹਨਾਂ ਨੇ ਮੇਰੀ ਇਗਨੂ ਤੋਂ ਜਾਣੀ ਬੈਚਲਰ ਆਫ ਸੋਸ਼ਲ ਵਰਕ BSW ਇਹਨੂੰ ਕਹਿੰਦੇ ਨੇ ਸਟਰੀਮ ਨੂੰ, ਵੀ ਇਹਦੀ ਫੀਸ ਭਰਵਾਈ। ਤੇ ਨਾਲ ਮੈਨੂੰ ਇੱਕ ਦੋਸਤ, ਉਹਨੂੰ ਹੁਣ ਮੈਂ ਆਪਣੇ ਖਾਸ ਦੋਸਤਾਂ ਦੇ ਵਿੱਚੋਂ ਹੀ ਗਿਣਾਂਗਾ, ਰੋਮਨਪ੍ਰੀਤ ਸਿੰਘ, ਜਿਹਨੇ ਮੇਰਾ ਬਹੁਤ, ਜੇ ਮੇਰੇ ਨਾਲ ਉੱਥੇ ਕੋਈ ਅਜਿਹਾ ਜਿਹਾ ਬੰਦਾ, ਇੱਕ ਸਿਗਰਟ ਪੀਣ ਵਾਲਾ, ਇੱਕ ਬੀੜੀ ਪੀਣ ਵਾਲਾ ਵੀ, ਜਾਂ ਜਰਦਾ ਮਲਣੇ ਵਾਲਾ ਵੀ ਮੇਰੇ ਨਾਲ ਦੁਬਾਰਾ ਫੇਰ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਦਾ ਮੇਰਾ ਫੇਰ ਗੇੜਾ ਹੋ ਗਿਆ ਸੀਗਾ ਐਤਵਾਰ ਨੂੰ। ਸਾਡੇ ਵਰਗੇ ਬੰਦੇ ਭਾਜੀ ਬੜੇ ਕੀ ਕਹਿੰਦੇ, ਸ਼ੋਅ ਚਾਹੇ ਕਰ ਲੈਣ ਪਰ ਬੜੇ ਕਮਜ਼ੋਰ ਹੁੰਦੇ ਨੇ ਇਸ ਪੱਖੋਂ, ਵੀ ਮਾੜਾ ਜਿਹਾ ਮੌਕਾ ਮਿਲਣਾ ਚਾਹੀਦਾ। ਤੁਸੀਂ ਜਾਂ ਛੱਡ ਰਿਹਾ ਹੁੰਦਾ ਨਸ਼ਾ, ਵੀ ਬੰਦੇ ਨੂੰ ਮਾੜਾ ਜਿਹਾ ਕੋਈ ਘੂਰੇ ਦਾ ਸਹੀ ਜਰੀ ਬਹਾਨਾ ਲੈ ਲੈਂਦਾ ਵੀ ਤਾਂ ਮੈਨੂੰ ਕਹਿ ਕਿਵੇਂ ਦਿੱਤਾ। ਮਤਲਬ ਉਹ ਮੁੰਡਾ ਮਿਲਿਆ ਮੈਨੂੰ ਤਾਂ ਇੰਨਾ ਸਾਫ਼ ਸੁਥਰਾ ਮਿਲਿਆ, ਤਾਂ ਜਾਣੀ ਉਹਦੇ ਨਾਲ ਮੇਰਾ ਵੀ ਸਿਸਟਮ ਵਧੀਆ ਚੱਲ ਗਿਆ। ਤੇ ਮੈਂ ਬੈਚਲਰ ਆਫ ਸੋਸ਼ਲ ਵਰਕ ਕੀਤੀ ਭਾਜੀ, ਪ੍ਰੋਫੈਸ਼ਨਲ ਸਟੱਡੀ ਕੀਤੀ ਸੋਸ਼ਲ ਵਰਕ ਦੀ। ਉਸ ਤੋਂ ਬਾਅਦ ਗੁਰੂ ਚਰਨ ਸੇਵਾ ਵੈਲਫੇਅਰ ਸੁਸਾਇਟੀ ਦੇ ਵਿੱਚ ਪਹਿਲੀ ਜੌਬ ਮਿਲੀ 7000 ਦੀ। ਉਸ ਤੋਂ ਬਾਅਦ ਫਿਰ ਮੈਂ ਓਬਰਾਏ ਸਾਹਿਬ ਨਾਲ, ਕਾਫੀ ਵੱਡਾ ਨਾਮ ਆ ਆਪਣਾ ਫਿਲੈਂਥਰੋਪੀ ਦੇ ਵਿੱਚ, SP ਸਿੰਘ ਓਬਰਾਏ, ਉਹਨਾਂ ਦੇ ਨਾਲ ਮੈਂ ਉਹਨਾਂ ਦੇ ਪ੍ਰੋਜੈਕਟ ਜਿਹੜਾ ਹੈਗਾ ਸੋਸ਼ਲ ਸਿਕਿਉਰਿਟੀ ਪੈਨਸ਼ਨ ਸਕੀਮਸ ਹੈ ਉਹਨਾਂ ਦਾ ਪ੍ਰੋਜੈਕਟ, ਉਹਦੇ ਉੱਤੇ ਕੰਮ ਕੀਤਾ। ਪੂਰਾ ਪੰਜਾਬ ਘੁੰਮਣ ਦਾ ਮੌਕਾ ਮਿਲਿਆ ਮੈਨੂੰ ਸਾਰਾ। ਤੇ ਉਸ ਤੋਂ ਬਾਅਦ ਫਿਰ ਜਿਹੜੇ ਡਾਕਟਰ ਰਜਨੀਸ਼ ਜੀ ਦੀ ਮੈਂ ਹੁਣ ਗੱਲ ਕਰ ਰਿਹਾ, ਰਾਉਂਡ ਗਲਾਸ ਫਾਊਂਡੇਸ਼ਨ ਦੇ ਵਿੱਚ ਲੀਡ ਨੇ ਉਹ। ਤੇ ਜਿਹੜੀ ਰਾਉਂਡ ਗਲਾਸ ਫਾਊਂਡੇਸ਼ਨ ਹੈ ਭਾਜੀ, ਇਹ ਵੀ ਆਪਣੇ ਸਟਰਕਚਰ ਤੋਂ ਇੱਥੋਂ ਪੰਜਾਬ ਤੋਂ ਥੋੜੀ ਜਿਹੀ ਅਲੱਗ ਹੈ। ਪੂਰੇ ਪ੍ਰੋਫੈਸ਼ਨਲੀ ਤਰੀਕੇ ਨਾਲ ਉਹ ਸੋਸ਼ਲ ਵਰਕ ਕਰ ਰਹੇ ਨੇ। ਸਾਨੂੰ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਦਾ ਵੀ ਮੌਕਾ ਮਿਲ ਰਿਹਾ, ਸਾਨੂੰ ਅਰਨਿੰਗ ਵੀ ਬਹੁਤ ਵਧੀਆ ਮਿਲ ਰਹੀ ਹੈ। ਮਤਲਬ ਸਨੀ ਸਿੰਘ ਉਹਨਾਂ ਦਾ ਨਾਮ ਹੈ, ਗੁਰਪ੍ਰੀਤ ਸਿੰਘ ਸਨੀ, ਜਿਹੜੇ ਸਾਡੇ ਹੈਡ ਨੇ USA ਤੋਂ, ਸਿਆਟਲ ਦੇ ਵਿੱਚ ਉਹਨਾਂ ਦਾ ਹੈਗਾ ਐਡੀਫੈਕਸ ਨਾਮ ਦਾ ਕਾਰੋਬਾਰ ਹੈ, ਹੈਲਥ ਡਾਟਾ ਐਨਾਲਾਈਸਿਸ ਉਹ ਕਰਦੇ ਨੇ। ਤੇ 10 ਬੰਦ ਦੇ ਤੌਰ ਤੇ ਪੰਜਾਬ ਲਈ ਉਹ ਇਹ ਕੰਮ ਕਰ ਰਹੇ ਨੇ। ਪਲਾਂਟੇਸ਼ਨ ਪਲੱਸ ਵੇਸਟ ਮੈਨੇਜਮੈਂਟ, ਜਿਨ੍ਹਾਂ ਦੀ ਮੈਂ ਹੁਣ ਭਾਜੀ ਥੋੜਾ ਕਰੈਕਟ ਕਰਾਂਗਾ ਤੁਹਾਨੂੰ, ਮੈਂ ਵੇਸਟ ਮੈਨੇਜਮੈਂਟ ਦਾ ਐਜ ਏ ਪ੍ਰੋਜੈਕਟ ਕੋਆਰਡੀਨੇਟਰ ਕੰਮ ਕਰ ਰਿਹਾ ਪੰਜਾਬ ਦੇ ਵਿੱਚ। BDPO ਦਫ਼ਤਰ ਦੇ ਨਾਲ ਤਾਲਮੇਲ ਕਰਨਾ, ਇੱਕ ਪੰਚਾਇਤ ਨੂੰ ਇਸ ਪ੍ਰੋਜੈਕਟ ਦੀ ਅਹਿਮੀਅਤ ਸਮਝਾਉਣਾ ਕਿ ਪਿੰਡ ਦਾ ਪਲਾਸਟਿਕ ਮੁਕਤ ਹੋਣਾ ਹੁਣ ਕਿੰਨਾ ਕੁ ਜ਼ਰੂਰੀ ਹੈ। ਗਲੀ ਨਾਲੀ ਤੁਹਾਡੀ ਤਾਂ ਹੀ ਕੰਮ ਕਰੂਗੀ ਜੇ ਇਹ ਪ੍ਰੋਜੈਕਟ ਚੱਲੂਗਾ ਪਿੰਡ ਦੇ ਵਿੱਚ। ਉਹਨਾਂ ਨੂੰ ਇਸ ਸੋਚ ਤੱਕ ਲੈ ਕੇ ਆਉਣਾ, ਨਹੀਂ ਵੀ ਚੰਡੀਗੜ੍ਹ ਦੇ ਵਿੱਚ ਹੀ ਨਹੀਂ ਰੇਹੜੀ ਜਾ ਸਕਦੀ, ਘਰ ਘਰ ਪਿੰਡਾਂ ਵਿੱਚ ਵੀ ਜਾ ਸਕਦੀ ਹੈ। ਤੇ 84 ਪਿੰਡ ਅਸੀਂ ਰਨ ਕਰ ਰਹੇ ਹਾਂ ਵੇਸਟ ਮੈਨੇਜਮੈਂਟ ਦੇ ਵਿੱਚ, ਇਹ ਮੈਂ ਕੋਆਰਡੀਨੇਸ਼ਨ ਕਰ ਰਿਹਾ। ਅੱਜ ਸਾਡਾ 85ਵਾਂ ਪਿੰਡ ਹੈ। ਡਾਕਟਰ ਰਜਨੀਸ਼ ਜੀ ਉਹਨਾਂ ਨੂੰ ਜਾਣੀ ਉੱਥੇ ਪਹੁੰਚੇ ਨੇ, ਜੇ ਗੈਸਟ ਉੱਥੇ ਪਹੁੰਚੇ ਨੇ, ਉਹ ਆਪਣਾ ਲੈਕਚਰ ਦੇਣ ਲਈ। ਮੋਰਿੰਡੇ ਜ਼ਿਲ੍ਹੇ ਦਾ ਪਿੰਡ ਹੈਗਾ ਜੀ ਰਾਮਗੜ੍ਹ। ਤੇ ਨਾਲ ਦੀ ਨਾਲ ਜਿਹੜੀ ਇੱਕ ਪਹਿਲਾਂ ਸੋਸ਼ਲ ਸਿਕਿਉਰਿਟੀ ਮੈਂ ਜਿਹਦੇ ਉੱਤੇ ਪਕੜ ਸੀਗੀ, ਉਹਨੂੰ ਥੋੜਾ ਜਿਹਾ ਹੁਣ ਮੈਂ ਐਜ ਏ ਸੋਸ਼ਲ, ਇਹ ਤਾਂ ਮੇਰੀ ਅਰਨਿੰਗ ਦਾ ਵੀ ਹੋ ਗਿਆ, ਐਜ ਏ ਪ੍ਰੋਫੈਸ਼ਨਲ ਹੀ ਕਰ ਰਿਹਾ ਕੋਆਰਡੀਨੇਟਰ ਦੀ। ਜਿਹੜਾ ਸੋਸ਼ਲ ਵਰਕ ਹੈ ਮੇਰਾ, ਮੈਨੂੰ ਜਿੱਥੇ ਵੀ ਮੌਕਾ ਮਿਲਦਾ ਮੀਡੀਆ ਦੇ ਜ਼ਰੀਏ ਜਾਂ ਕਿਤੇ ਵੀ, ਉਹ ਮੈਂ ਲੋਕਾਂ ਨੂੰ ਜਾਗਰੂਕ ਕਰਦਾ ਰਹਿਣਾ ਵੀ ਸਰਕਾਰ ਦੀਆਂ ਜਾਂ ਗੈਰ ਸਰਕਾਰੀ ਸੰਸਥਾਵਾਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਸਕੀਮਾਂ ਨੇ ਜਿਨ੍ਹਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਤੇ ਉਹਨਾਂ ਦਾ ਫਾਇਦਾ ਉਠਾਉਣਾ ਚਾਹੀਦਾ। ਤੇ ਇਹ ਸੇਵਾ ਹੁਣ ਮੈਂ ਦੇ ਰਿਹਾ, ਆਪਦੀ ਸੇਵਾ ਨਿਭਾ ਰਿਹਾ, ਦਾਗਾਂ ਨੂੰ ਧੋ ਰਿਹਾ ਭਾਜੀ। ਜੀ ਬਹੁਤ ਚੰਗੀ ਗੱਲ ਆ, ਬਹੁਤ ਵਧੀਆ। ਤੁਹਾਡੀਆਂ ਗੱਲਾਂ ਦੇ ਵਿੱਚੋਂ ਦੋ ਚੀਜ਼ਾਂ ਜਿਹੜੀਆਂ ਉੱਭਰ ਕੇ ਸਾਹਮਣੇ ਆਈਆਂ ਨੇ। ਪਹਿਲੀ ਚੀਜ਼ ਇਹ ਕਿ ਜੋ ਅਸੀਂ ਵੇਖਦੇ ਹਾਂ, ਜੋ ਅਸੀਂ ਸੁਣਦੇ ਹਾਂ, ਉਹਦਾ ਅਸਰ ਸਾਡੇ ਦਿਮਾਗ ਦੇ ਉੱਪਰ ਡੂੰਘਾ ਹੁੰਦਾ ਹੈ। ਤੇ ਦੂਸਰੀ ਚੀਜ਼ ਇਹ ਕਿ ਜੇਕਰ ਇੱਕ ਵਾਰ ਬੰਦਾ ਮਨ ਆਪਣਾ ਸਟਰੋਂਗ ਕਰ ਲਵੇ, ਇੱਕ ਵਾਰ ਬੰਦਾ ਇਹ ਧਾਰ ਲਵੇ ਕਿ ਮੈਂ ਨਸ਼ਾ ਛੱਡਣਾ ਹੈ, ਤਾਂ ਕੁਝ ਵੀ ਔਖਾ ਨਹੀਂ ਹੈ। ਜ਼ਰੂਰ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ, ਸਾਰੇ ਕੋਸ਼ਿਸ਼ ਕਰ ਸਕਦੇ ਨੇ। ਔਰ ਤੀਜੀ ਚੀਜ਼ ਇੱਕ ਹੋਰ ਹੈ ਟਾਣਾ ਸਾਹਿਬ, ਕਿ ਸਮਾਜ ਨੂੰ ਵੀ ਪੂਰਾ ਸਾਥ
ਸਾਥ ਦੇਣਾ ਚਾਹੀਦਾ। ਅਸੀਂ ਕਦੇ ਵੀ ਕਿਸੇ ਨਸ਼ੇੜੀ ਨੂੰ ਵੇਖ ਕੇ ਉਹਦੇ ਨਾਲ ਮਾੜਾ ਵਤੀਰਾ ਨਾ ਕਰੀਏ, ਅਸੀਂ ਕਿਸੇ ਨੂੰ ਬਾਹਰ ਨਿਕਲਣ ਦੇ ਵਿੱਚ ਮਦਦ ਕਰ ਸਕਦੇ ਹਾਂ। ਸੋ ਜ਼ਰੂਰ ਅਸੀਂ ਸਾਰੇ ਜਾਗਰੂਕ ਹੋਈਏ। ਬਹੁਤ ਚੰਗਾ ਲੱਗਿਆ ਵੀਰ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਚੰਗਾ ਕੰਮ ਤੁਸੀਂ ਕਰ ਰਹੇ ਹੋ, ਇਹ ਚੰਗਾ ਕੰਮ ਹੋਰ ਜ਼ਿਆਦਾ ਅੱਗੇ ਤੋਂ ਅੱਗੇ ਵਧੇ ਤੇ ਤੁਹਾਡਾ ਨਾਮ ਬਹੁਤ ਉੱਚਾ ਹੋਵੇ। ਬਹੁਤ ਬਹੁਤ ਧੰਨਵਾਦ ਭੈਣ ਜੀ, ਧੰਨਵਾਦ ਟੈਨਾ ਸਾਹਿਬ। ਜਿੰਦਾਬਾਦ ਰਹੋ, ਚੜ੍ਹਦੀ ਕਲਾ ਚ ਰਹੋ। ਬਿਲਕੁਲ ਜੀ। ਤੇ ਦਾਰੂ ਦੀ ਇੱਕ ਸਿਪ, ਇੱਕ ਛਿੱਟ ਵੀ ਬੁੱਲ੍ਹਾਂ ਤੇ ਨਹੀਂ ਜਾਣੀ ਚਾਹੀਦੀ। ਇਹ ਹੁਣ ਅਸੀਂ ਇੱਥੇ ਬੈਠ ਕੇ ਤੁਹਾਡੇ ਬਾਰੇ ਦਾਅਵਾ ਹੀ ਇੰਨਾ ਕਰਤਾ ਵੀ ਇਹ ਪੱਕੇ ਇਰਾਦੇ ਦੇ ਆ, ਇਹ ਡੋਲਦੇ ਨਹੀਂ, ਇਹ ਲੋਕਾਂ ਨੂੰ ਹੋਰਨਾਂ ਨੂੰ ਵੀ ਸਮਝਾਉਂਦੇ ਆ, ਇਹ ਸਮਾਜ ਸੇਵਾ ਚ ਆ। ਸਾਡੀ ਵੀ ਤੇ ਸਮੁੱਚੇ ਪੰਜਾਬੀਆਂ ਦੀ ਵੀ ਇੱਜ਼ਤ ਰੱਖਣੀ ਆ। ਤੁਹਾਡਾ ਨਾਮ ਹੁਣ ਮੇਰੇ ਨਾਮ ਨਾਲ ਜੁੜ ਗਿਆ ਜੀ। ਵਾਹ ਵਾਹ, ਬਹੁਤ ਮੈਂ ਖੁਸ਼ਕਿਸਮਤ ਸਮਝਦਾ ਜੀ ਵੀ ਤੁਸੀਂ ਇੰਨਾ ਮਾਣ ਬਖਸ਼ਿਆ ਮੈਨੂੰ। ਬਹੁਤ ਮਿਹਰਬਾਨੀ। ਬਹੁਤ ਬਹੁਤ ਹਰ ਬੰਦਾ, ਹਰ ਪੰਜਾਬੀ, ਹਰ ਵਿਅਕਤੀ ਕਿਤੇ ਵੀ ਰਹਿੰਦਾ, ਉਹ ਆਪਦੇ ਪਿੰਡ ਦਾ, ਉਹ ਆਪਣੇ ਇਲਾਕੇ ਦਾ, ਆਪਦੇ ਪਰਿਵਾਰ ਦਾ, ਆਪਦੇ ਖਾਨਦਾਨ ਦਾ, ਆਪਦੇ ਸੂਬੇ ਦਾ ਬ੍ਰਾਂਡ ਐਂਬੈਸਡਰ ਆ। ਬਿਲਕੁਲ ਸਹੀ ਗੱਲ ਹੈ। ਸੋ ਫਿਲਹਾਲ ਲਈ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਜੀ। ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ ਤੇ ਨਾ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।